ਚੋਣਾਂ ਦੇ ਅੰਦਰ ਜਿੱਥੇ ਨਸ਼ਾ ਭਾਰੂ ਰਹਿੰਦਾ, ਪੈਸਾ ਭਾਰੂ ਰਹਿੰਦਾ, ਇਲੈਕਸ਼ਨ ਕਮਿਸ਼ਨ ਵੀ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ, ਸਾਡਾ ਸੰਵਿਧਾਨ ਵੀ ਕਹਿੰਦਾ ਨਹੀਂ ਹੋਣਾ ਚਾਹੀਦਾ, ਸਾਰੇ ਪੋਲੀਟੀਸ਼ੀਅਨ ਵੀ ਕਹਿੰਦੇ ਆ, ਸਾਰੀਆਂ ਪਾਰਟੀਆਂ ਵੀ ਕਹਿੰਦੀਆਂ ਨੇ, ਪਰ ਪਿੱਛੇ ਕੋਈ ਨਹੀਂ ਰਹਿੰਦਾ। ਅਜਿਹੀ ਕੀ ਮਜਬੂਰੀ ਹੁੰਦੀ ਹੈ ਬਾਅਦ ਦੇ ਵਿੱਚੋਂ ਅਸੀਂ ਸਾਰੇ ਨਸ਼ੇ ਨੂੰ ਭੰਡਦੇ ਹਾਂ ਤੇ ਚੋਣਾਂ 'ਚ ਨਸ਼ੇ ਨੂੰ ਵਰਤਦੇ। ਆਮ ਆਦਮੀ ਪਾਰਟੀ 2013 ਦੇ ਵਿੱਚ ਐਗਜ਼ਿਸਟੈਂਸ 'ਚ ਆਈ ਹੈ। ਉਸ ਤੋਂ ਪਹਿਲਾਂ ਇਹ ਸਾਰਾ ਸਿਸਟਮ ਲਗਾਤਾਰ ਚੱਲਿਆ ਆ ਰਿਹਾ। ਉਹਦੇ ਵਿੱਚ ਕਾਂਗਰਸ ਧਰਮ ਨਿਰਪੱਖ ਹੋਣ ਦੀ ਗੱਲ ਕਰਦੀ ਸੀ, ਪਰ ਉਹ ਵੀ ਕਿਤੇ ਨਾ ਕਿਤੇ ਧਰਮ ਔਰ ਜਾਤ ਦੀ ਰਾਜਨੀਤੀ ਕਰਕੇ ਉੱਥੇ ਜਿੱਦਾਂ ਟਿਕਟਸ ਦੇਣੀਆਂ ਜਾਂ ਕੁਝ ਵੀ ਆ ਉਹ ਖੇਲਦੇ ਰਹੇ ਆ। ਬੀਜੇਪੀ ਨੇ ਹਮੇਸ਼ਾ ਹੀ ਪੋਲਰਾਈਜੇਸ਼ਨ ਦੀ ਗੱਲ ਕੀਤੀ, ਉਹ ਅੱਜ ਵੀ ਪੋਲਰਾਈਜੇਸ਼ਨ ਦੀ ਗੱਲ ਕਰ ਰਹੇ। ਦੇਖੋ ਇਹ ਹੈ ਕਿ ਪਾਰਸੀ ਜੀ ਦੇ ਅੰਦਰ ਨਾ ਅਰਵਿੰਦ ਕੇਜਰੀਵਾਲ ਦਾ ਭੂਤ ਵੜ ਗਿਆ ਲੱਗਦਾ। ਅਗਰ ਕੇਜਰੀਵਾਲ ਜੀ ਦਾ ਭੂਤ ਨਹੀਂ, ਮੈਂ ਤਾਂ ਕਹਿੰਦਾ ਕੇਜਰੀਵਾਲ ਜੀ ਵਰਗੇ ਗੁਣ ਸਾਡੇ ਸਾਰਿਆਂ 'ਚ ਆ ਜਾਣ ਤਾਂ ਹਿੰਦੁਸਤਾਨ ਦੇ ਵਿੱਚ ਬਹੁਤ ਬਿਹਤਰੀ ਹੋ ਜੇ। ਅਗਰ ਕੇਜਰੀਵਾਲ ਜੀ ਵਰਗੇ ਗੁਣ ਸਾਰਿਆਂ 'ਚ ਆ ਜਾਣ। ਜਿਹੜਾ ਕਿ ਲੱਛੇਦਾਰ ਗੱਲਾਂ ਕਰਕੇ ਇਹ ਆਪਣੇ ਆਪ ਨੂੰ ਇੱਕ ਸੈਕੂਲਰਿਜ਼ਮ ਦਾ ਜਿਹੜਾ ਉਹ ਬਾਣਾ ਪਹਿਨਾ ਰਿਹਾ। ਇਹਨਾਂ ਨੂੰ ਪੁੱਛੋ ਕਿ ਗੁਜਰਾਤ ਚੁਣਾਵ ਤੋਂ ਪਹਿਲੇ ਲక్ష్ਮੀ ਔਰ ਗਣੇਸ਼ ਦੀਆਂ ਕਰੰਸੀ ਤੇ ਫੋਟੋਆਂ ਲਾਉਣ ਦੀ ਗੱਲ ਕਿਹਨੇ ਕਹੀ ਸੀ? ਦਿੱਲੀ ਚੁਣਾਵ ਤੋਂ ਪਹਿਲੇ ਨੈਸ਼ਨਲ ਚੈਨਲ ਤੇ ਹਨੂਮਾਨ ਚਾਲੀਸਾ ਕਿਹਨੇ ਪੜ੍ਹਿਆ ਸੀ? ਇਹਨਾਂ ਨੂੰ ਪੁੱਛੋ ਪਾਸੀ ਸਾਹਿਬ ਨੂੰ, ਇਹ ਕਹਿੰਦੇ ਅਸੀਂ ਬੜੇ ਵੱਡੇ ਸੈਕੂਲਰ ਆ। ਸੋ ਆਪਣੇ ਮਹਾਰਾਜ ਮੰਜੀ ਥੱਲੇ ਡਗੋਰੀ ਮਾਰੋ, ਸੋਟੀ ਮਾਰੋ। ਉਹ ਸੁਣ ਲਓ, ਸਾਨੂੰ ਬੰਗਾਰੂ ਡਿਸਟਰਬ ਨਾ ਕਰੋ। ਅਮਿਤ ਉਹ 44 ਕਰੋੜ ਦਾ ਹੋਰ ਬੋਲੋ ਹੋਰ ਬੋਲੋ। ਅਰੋੜਾ ਸਾਹਿਬ ਸੁਣਨ ਦੀ ਹਿੰਮਤ ਰੱਖੋ, ਹਿੰਮਤ ਲਓ। ਇਹ ਇਹਨਾਂ ਦਾ ਕਿਰਦਾਰ ਹੈ, ਇਹ ਇਹਨਾਂ ਦੀ ਸੋਚ ਹੈ। 45 ਕਰੋੜ ਪ੍ਰਧਾਨ ਮੰਤਰੀ ਆਵਾਸ ਤੇ 572 ਕਰੋੜ ਰੁਪਇਆ ਕੀ ਹੈ? ਫਿਰ यूपी चीफ मिनिस्टर ਦੇ ਹਾਊਸ ਤੇ 672 ਕਰੋੜ ਰੁਪਏ ਕੀ ਆ? ਫਿਰ ਇਹ ਅਰੋੜਾ ਸਾਹਿਬ ਇਸ ਮੁੱਦੇ ਤੇ ਡਿਬੇਟ ਰੱਖ ਲਓ। ਮੈਂ ਸਪਸ਼ਟ ਕਹਿ ਰਿਹਾ, ਆ ਜਾਓ ਇਸ ਮੁੱਦੇ ਤੇ ਡਿਬੇਟ। ਉਹ ਸਰ ਇਹੀ ਜੀ ਗਲਤ ਭਾਸ਼ਾ ਤੁਹਾਡੇ ਵਰਗੇ ਕੱਟੜਵਾਦੀ ਲੀਡਰ ਬੋਲ ਸਕਦੇ ਆ, ਅਸੀਂ ਜੁੱਤੀ ਦੇ ਬਰਾਬਰ। ਤੁਸੀਂ ਦਿੱਲੀ ਦੀ ਜਨਤਾ ਦਾ ਅਪਮਾਨ ਕਰ ਰਹੇ ਹੋ। ਤੁਸੀਂ ਦਿੱਲੀ ਦੀ ਜਨਤਾ ਦਾ ਅਪਮਾਨ ਕਰ ਰਹੇ ਹੋ ਜਿਨ੍ਹਾਂ ਨੇ ਕੇਜਰੀਵਾਲ ਜੀ ਨੂੰ ਤੀਜੀ ਵਾਰ ਮੁੱਖ ਮੰਤਰੀ ਚੁਣਿਆ। ਇਹਨਾਂ ਨੂੰ ਇਹੀ ਨਹੀਂ ਪਤਾ, ਮਿਸਟਰ ਦੀਵਾਨ ਅਰੋੜਾ ਨੂੰ ਇਹ ਨਹੀਂ ਪਤਾ ਕਿ ਡਿਬੇਟ ਦੇ ਵਿੱਚ ਭਾਸ਼ਾ ਕਿੱਦਾਂ ਦੀ ਹੋਣੀ ਚਾਹੀਦੀ ਹੈ। ਭੂਤ ਜੁੱਤੀ ਤੁਹਾਡਾ ਇਹੀ ਕਿਰਦਾਰ ਹੈ। ਚੋਣਾਂ ਦੇ ਵਿੱਚ ਡੇਰਾਵਾਦ ਦਾ, ਧਰਮ ਦਾ, ਇਹ ਚੀਜ਼ਾਂ ਦਾ ਭਾਰੂ ਹੋਣ ਦਾ ਕਾਰਨ ਜਦੋਂ ਇਹ ਪੋਲਿਟਿਕਸ ਦੇ ਵਿੱਚ ਰਿਲੀਜਨ ਨੂੰ ਯੂਜ਼ ਕਰਨਾ ਬੰਦ ਕਰ ਦੇਣਗੇ ਤਾਂ ਹੇਟ ਸਪੀਚਸ ਵੀ ਘਟ ਜਾਣਗੀਆਂ। ਦੇਸ਼ ਦੀਆਂ ਕਾਫੀ ਜਿਹੜਾ ਇਸ ਦੇ ਨਾਲ ਨਾ, ਇਹ ਮੈਂ ਆਪਣਾ ਵੀ ਦੱਸ ਰਿਹਾ ਕਿ ਦੇਸ਼ ਦੀਆਂ ਕਈ ਸਮੱਸਿਆਵਾਂ ਦਾ ਵੀ ਹੱਲ ਹੋ ਜਾਊਗਾ। ਕੀ ਇਹ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਅਧਿਕਾਰ ਨੂੰ ਖੋਰਾ ਨਹੀਂ ਲਾਉਂਦਾ ਜਦੋਂ ਇੱਕ ਡੇਰਾ ਇੱਕ ਉਹਦੇ ਨਾਲ ਜੁੜੇ ਲੱਖਾਂ ਅਨੁਆਈਆਂ ਨੂੰ ਇੱਕੋ ਹੀ ਇੰਸਟਰਕਸ਼ਨ ਜਾਰੀ ਕਰ ਦਿੰਦਾ ਹੈ ਕਿ ਅਸੀਂ ਇਸ ਵਾਲੇ ਪਾਸੇ ਭੁਗਤਣਾ ਜਾਂ ਇਸ ਵਾਲੇ ਪਾਸੇ ਭੁਗਤਣਾ? ਕੀ ਇਹ ਸਾਡੇ ਲੋਕ ਮਤ ਦਾ ਘਾਣ ਨਹੀਂ? ਪੋਲੀਟੀਕਲ ਪਾਰਟੀਆਂ ਜਿਹੜੀਆਂ ਹੁੰਦੀਆਂ ਹੈਗੀਆਂ, ਇਹਦੇ ਵਿੱਚ ਕਈ ਵਾਰੀ ਸੀਨੀਅਰ ਲੀਡਰ ਜਾਂ ਕੁਝ ਪਾਰਟੀਆਂ ਵੱਲੋਂ ਐਸੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਜਿੱਥੇ ਧਾਰਮਿਕ ਚੀਜ਼ਾਂ ਨੂੰ ਯੂਟਿਲਾਈਜ਼ ਕਰਕੇ ਵੋਟਾਂ ਬਟੋਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਕਿਸੇ ਵੀ ਡੇਰੇ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਚੋਣਾਂ ਦੇ ਦੌਰਾਨ ਵੋਟਾਂ ਪਾਉਣ ਵਾਸਤੇ ਕੋਈ ਸਮਰਥਨ ਨਹੀਂ ਦਿੱਤਾ। ਦੋ ਡੇਰਿਆਂ ਨੂੰ ਛੱਡ ਕੇ ਅੱਜ ਤੱਕ ਓਪਨਲੀ ਤਾਂ ਕੋਈ ਵੀ ਡੇਰਾ ਕਿਸੇ ਨੂੰ ਸਪੋਰਟ ਨਹੀਂ ਕਰਦਾ। ਅੰਦਰ ਖਾਤੇ ਹੀ ਉਹ ਗੰਢ ਧੁੱਪ ਹੁੰਦੀ ਹੈ ਸਾਰੀ। ਸੰਵਿਧਾਨ ਜਿਹੜਾ ਵਾ ਉਹ ਧਰਮ ਦੇ ਆਧਾਰ ਤੇ ਆਰਕਸ਼ਣ ਨਹੀਂ ਦੇ ਸਕਦਾ, ਤਾਂ ਸੰਵਿਧਾਨ 'ਚ ਅਲਾਉਡ ਨਹੀਂ ਹੈ। ਕਾਂਗਰਸ ਨੇ ਸੰਵਿਧਾਨ ਤੋਂ ਬਾਹਰ ਜਾ ਕੇ 4% ਰਿਜ਼ਰਵੇਸ਼ਨ ਦਿੱਤੀ, ਮੁਸਲਿਮ ਆਰਕਸ਼ਣ ਦਿੱਤਾ। ਧਰਮ ਦੇ ਨਾਂ ਤੇ ਕੌਣ ਖਿਲਵਾੜ ਕਰ ਰਿਹਾ? ਕਾਂਗਰਸ ਕਰ ਰਹੀ ਹੈ, ਆਮ ਆਦਮੀ ਪਾਰਟੀ ਕਰ ਰਹੀ ਹੈ। ਜਿੱਥੇ केजरीवाल साहब अपने हाथ नाल लिख के कहते सी कि हम कहते हैं कि 90 सीटें आएंगी, 100 सीटें आएंगी, हुण एक सीट का भी ये विजन नहीं दे सकते। ਅੱਜ ਇੱਕ ਸੀਟ ਹੈ ਜਲੰਧਰ ਦੀ, ਅੱਜ ਕਿਉਂ ਨਹੀਂ ਇਹਨਾਂ ਨੇ ਲਿਖ ਕੇ ਕਿਹਾ? ਨਾ ਭਗਵੰਤ ਮਾਨ ਜੀ ਨੇ ਕਿਹਾ, ਨਾ ਕੇਜਰੀਵਾਲ ਜੀ ਨੇ ਕਿਹਾ। ਇਸ ਦਾ ਮਤਲਬ ਹੈ ਕਿ ਬਹੁਤ ਵੱਡਾ ਡਾਊਨਫਾਲ ਆ ਗਿਆ ਨਾ। ਪਾਸੀ ਸਾਹਿਬ ਇਹ ਕਹਿਣਾ ਬੰਦ ਕਰ ਦੇਣ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਧਰਮ ਦੇ ਉੱਤੇ ਜਾਂ ਜਾਤੀਵਾਦ ਦੇ ਉੱਤੇ ਇਹ ਰਾਜਨੀਤੀ ਕਰਦੀ ਹੋਈ ਕਦੀ ਨਹੀਂ ਲੱਗਦੀ। ਰੀਸੈਂਟਲੀ ਇਹ ਕੇਸ ਦੇਖਿਆ ਸੀਗਾ ਟਾਈਮਜ਼ ਨਾਓ ਨਵ ਭਾਰਤ ਦੀ ਇੱਕ ਪੱਤਰਕਾਰ ਭਾਵਨਾ ਜੀ ਦੇ ਉੱਤੇ, ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਪਰਚਾ ਦਰਜ ਕਰਵਾਇਆ, SC ST ਦਾ ਐਕਟ ਲਗਾਇਆ। ਕਿਆ ਇਹ ਭੁੱਲ ਗਏ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਪੱਤਰਕਾਰ ਨੂੰ ਇੰਨਾ ਹਰਾਸ ਕੀਤਾ? SC ST ਐਕਟ ਲਿਆਇਆ ਕੌਣ ਸੀ? SC ST ਐਕਟ ਲਿਆਇਆ ਕੌਣ ਸੀ? और दूसरी चीज, आम आदमी पार्टी ने पर्चा नहीं कराया, केजरीवाल साहब ने पर्चा नहीं कराया। अगर किसी ਨੂੰ ਗਲਤ ਸ਼ਬਦ ਬੋਲਿਆ ਉਹਨੇ ਪਰਚਾ ਕਰਾਇਆ ਤਾਂ ਤੁਸੀਂ ਇੱਕ ਦਲਿਤ ਦੇ ਅਧਿਕਾਰਾਂ ਦਾ ਹਨਨ ਕਰ ਰਹੇ ਹੋ ਕਾਂਗਰਸ ਵਾਲਿਆਂ।
ਜਾਤੀਵਾਦ ਨੂੰ ਲੈ ਕੇ ਉਹਦੇ ਤੇ ਪਰਚਾ ਦਰਜ ਕਰ ਦਿੱਤਾ। ਕਿਆ ਲੜਕੀ ਜਾਣ ਸਕਦੀ ਸੀਗੀ? ਕਿਆ ਲੜਕੀ ਨੂੰ ਪਤਾ ਸੀਗਾ? ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਮਹਿਲਾ ਨੂੰ ਸਿਰਫ ਮਹਿਲਾ ਪੁਲਿਸ ਅਫਸਰ ਜਿਹੜਾ ਵਾ ਉਹ ਅਰੈਸਟ ਕਰ ਸਕਦਾ। ਪੁਰਸ਼ ਅਫੀਸਰ ਨੇ, ਪੁਰਸ਼ ਇੰਸਪੈਕਟਰ ਨੇ ਉਹਨੂੰ ਫੜਨ ਦੀ ਹਿੰਮਤ ਕਿੱਦਾਂ ਦਿਖਾਈ ਇੱਕ ਮਹਿਲਾ ਨੂੰ? ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਗੱਲ ਕਰਾਂਗੇ ਚੋਣ ਪ੍ਰਕਿਰਿਆ ਦੀ। ਲੋਕਤੰਤਰ 'ਚ ਲੋਕ ਵੱਡੇ ਹੈ, ਲੋਕ ਅਧਿਕਾਰ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਹੈ। ਲੋਕਾਂ ਕੋਲੇ ਜਿਹੜਾ ਲੋਕ ਮਤ ਦਾ ਅਧਿਕਾਰ ਹੈ, ਉਸ ਅਧਿਕਾਰ ਦੇ ਨਾਲ ਉਹ ਕਿਸੇ ਵੀ ਤਖਤ ਨੂੰ ਪਲਟਾਉਣ ਦੇ ਵਿੱਚ ਆਪਣੇ ਆਪ ਦੇ ਵਿੱਚ ਕਾਫੀ ਹੁੰਦੇ ਆ। ਪਰ ਅੱਜ ਚਰਚਾ ਇਸ ਵਿਸ਼ੇ ਦੇ ਉੱਤੇ ਕਰਨੀ ਹੈ ਕਿ ਵਾਕਈ ਹੀ ਜਿਹੜਾ ਇਹ ਲੋਕ ਮਤ ਹੈ, ਜਿਹੜਾ ਇਹ ਵੋਟ ਦਾ ਅਧਿਕਾਰ ਹੈ, ਇਹ ਉਨਾ ਕਾਰਗਰ, ਉਨਾ ਪ੍ਰਭਾਵਸ਼ਾਲੀ ਰਹਿ ਗਿਆ ਜਿੰਨਾ ਇਹ ਹੋਣਾ ਚਾਹੀਦਾ ਸੀ ਜਾਂ ਜਿੰਨਾ ਸੀ। ਇਹ ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ ਜਿਸ ਤਰੀਕੇ ਨਾਲ ਹੁਣ ਚੋਣਾਂ ਦੇ ਵਿੱਚ ਧਰਮ ਤੋਂ ਇਲਾਵਾ ਜਾਤ ਪਾਤ ਦੀ ਰਾਜਨੀਤੀ, ਡੇਰਾਵਾਦ, ਕਈ ਫੈਕਟਰ ਜਿਹੜੇ ਆ ਜੁੜ ਰਹੇ ਆ। ਵੋਟਾਂ ਨੂੰ ਕਿਵੇਂ ਜਿਹੜਾ ਹੈ ਗੱਠਜੋੜ ਜਾਂ ਹੋਰ ਤਰੀਕਿਆਂ ਦੇ ਨਾਲ ਪੋਲਰਾਈਜ਼ ਕਰ ਲਿਆ ਜਾਂਦਾ ਹੈ। ਸੋ ਇਸ ਨੂੰ ਲੈ ਕੇ ਜਿਹੜਾ ਹੈ ਅੱਜ ਚਰਚਾ ਕਰਾਂਗੇ। ਆਏ ਹੋਏ ਮਹਿਮਾਨਾਂ ਦਾ ਇਸਤਕਬਾਲ ਕਰਾਂਗੇ, ਰਸਮੀ ਤਾਰੁਫ ਕਰਵਾਉਂਦਾ ਹੋਇਆ ਅੱਗੇ ਵਧਾਂਗੇ। ਆਮ ਆਦਮੀ ਪਾਰਟੀ ਤੋਂ ਬਿਕਰਮਜੀਤ ਪਾਸੀ ਸਾਹਿਬ ਤਸ਼ਰੀਫ ਲੈ ਕੇ ਆਏ। ਜਨਾਬ ਸਤਿ ਸ਼੍ਰੀ ਅਕਾਲ ਜੀ। ਟੀਨਾ ਚੌਧਰੀ ਜੀ ਕਾਂਗਰਸ ਤੋਂ ਗੱਲਬਾਤ ਰੱਖਣਗੇ, ਸਵਾਗਤ ਹੈ। ਭਾਜਪਾ ਤੋਂ ਦੀਵਾਨ ਅਮਿਤ ਅਰੋੜਾ ਸਾਹਿਬ ਨੇ ਇਸਤਕਬਾਲ ਹੈ ਜਨਾਬ ਇਸ ਚਰਚਾ ਦੇ ਵਿੱਚ। ਔਰ ਸ਼੍ਰੋਮਣੀ ਅਕਾਲੀ ਦਲ ਤੋਂ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਸਾਡੇ ਨਾਲ ਚਰਚਾ ਜੁੜਨਗੇ, ਉਹਨਾਂ ਦਾ ਵੀ ਜਿਉ ਆਇਆ ਨੂੰ ਅਸੀਂ ਪਹਿਲਾਂ ਤੋਂ ਹੀ ਕਰਦੇ ਹਾਂ। ਪਾਸਿਆ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਪੇਸ਼ੇਵਰ ਤੁਸੀਂ ਵਕੀਲ ਵੀ ਹੋ, ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਜਸਟਿਸ KM ਜੋਸਫ ਤੇ PV ਨਾਗਰਤਨਾ ਹੋਰਾਂ ਦੇ ਵੱਲੋਂ ਹੇਟ ਸਪੀਚ ਮਾਮਲੇ ਦੇ ਵਿੱਚ ਜਿਹੜੀ ਇੱਕ ਜੱਜਮੈਂਟ ਪਾਸ ਕੀਤੀ ਗਈ, ਉਹਦੇ ਵਿੱਚ ਧਰਮ ਨੂੰ ਜਿਹੜਾ ਰਾਜਨੀਤੀ ਤੋਂ ਬਹੁਤ ਦੂਰ ਰੱਖ ਕੇ ਵੇਖਣ ਦੀ ਉਹਨਾਂ ਨੇ ਲੋੜ ਦੀ ਗੱਲ ਕੀਤੀ ਹੈ ਔਰ ਬੜੇ ਸਖਤ ਵੀ ਨਜ਼ਰ ਆਏ ਆ। ਪਰ ਇਸ ਤਰੀਕੇ ਦਾ ਹੁੰਦਾ ਨਹੀਂ, ਕਿਉਂਕਿ ਚਾਹੇ ਉਹ ਅਸੀਂ ਕਰਨਾਟਕ ਦੀ ਚੋਣ ਵੇਖ ਲਈਏ ਜਾਂ ਕਈ ਹੋਰ ਪੈਰਲਲ, ਕਿਉਂਕਿ ਸਾਡੇ ਸਿਸਟਮ ਹੀ ਇਦਾਂ ਦਾ ਬਣਿਆ ਹੋਇਆ ਕਿ ਹਰ ਤੀਜੇ ਚੌਥੇ ਮਹੀਨੇ ਸਾਲ ਬਾਅਦ ਚੋਣ ਆ ਹੀ ਜਾਂਦੀ ਹੈ। ਚੋਣਾਂ ਦੇ ਵਿੱਚ ਡੇਰਾਵਾਦ ਦਾ, ਧਰਮ ਦਾ, ਇਹ ਚੀਜ਼ਾਂ ਦਾ ਭਾਰੂ ਹੋਣ ਦਾ ਕਾਰਨ ਕੀ ਹੈ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਆਪਾਂ ਬਹੁਤ ਅਹਿਮ ਮੁੱਦੇ ਤੇ ਬੈਠੇ ਹਾਂ। ਨਾ ਤਾਂ ਮੈਂ ਚੋਣ ਪ੍ਰਚਾਰ ਕਰਨਾ ਚਾਹੂੰਗਾ, ਨਾ ਚੋਣ ਦੀ ਕੋਈ ਗੱਲ, ਅਪੀਲ ਦੀ ਕੋਈ ਗੱਲ ਕਰਨਾ ਚਾਹਾਂਗੇ, ਕਿਉਂਕਿ ਚੋਣ ਪ੍ਰਚਾਰ ਬੰਦ ਹੋ ਚੁੱਕਿਆ। ਪਰ ਇਹ ਮੁੱਦਾ ਇੱਕ ਇਹੋ ਜਿਹਾ ਮੁੱਦਾ ਹੈ ਜੋ ਜਰਨਲ ਪੂਰੇ ਹਿੰਦੁਸਤਾਨ ਦੇ ਉੱਤੇ ਜਿਹੜਾ ਹੈ ਕਈ ਵਾਰੀ ਅਫੈਕਟ ਕਰ ਜਾਂਦਾ। ਬੜਾ ਅੱਛਾ ਤੁਸੀਂ ਟਾਈਟਲ ਰੱਖਿਆ, ਧਰਮ, ਡੇਰਾ ਤੇ ਪੈਸਾ ਕਿਵੇਂ ਹੋਣਗੀਆਂ ਚੋਣਾਂ। ਦੇਖੋ, ਜਸਟਿਸ ਜੋਸਫ ਜੀ ਔਰ ਨਾਗਰਤਨਾ ਜੀ ਨੇ ਕੀ ਕਲੀਅਰ ਕਿਹਾ ਸੀ ਕਿ ਜਿਹੜੀ ਮੇਜਰ ਪ੍ਰੋਬਲਮ ਅਰਾਈਜ਼ਸ ਵੈਨ ਪੋਲਿਟਿਕਸ ਐਂਡ ਆਰ ਮਿਕਸਿੰਗ ਰਿਲੀਜਨ ਇਨ ਪੋਲਿਟਿਕਸ। ਉਹਨਾਂ ਨੇ ਬੜੇ ਕਲੀਅਰ ਸ਼ਬਦਾਂ 'ਚ ਕਿਹਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਜਦੋਂ ਇਹ ਪੋਲਿਟਿਕਸ ਦੇ ਵਿੱਚ ਰਿਲੀਜਨ ਨੂੰ ਯੂਜ਼ ਕਰਨਾ ਬੰਦ ਕਰ ਦੇਣਗੇ ਤਾਂ ਹੇਟ ਸਪੀਚਿਸ ਵੀ ਘਟ ਜਾਣਗੀਆਂ। ਦੇਸ਼ ਦੀਆਂ ਕਾਫੀ ਜਿਹੜਾ ਇਸ ਦੇ ਨਾਲ ਨਾ, ਇਹ ਮੈਂ ਆਪਣਾ ਵੀ ਵਿਊ ਦੱਸ ਰਿਹਾ ਕਿ ਦੇਸ਼ ਦੀਆਂ ਕਈ ਸਮੱਸਿਆਵਾਂ ਦਾ ਵੀ ਹੱਲ ਹੋ ਜਾਂਦਾ। ਦੇਖੋ, ਚੋਣਾਂ ਹੁੰਦੀਆਂ, ਤੁਸੀਂ ਆਪਣਾ ਨੁਮਾਇੰਦਾ ਚੁਣਨਾ ਹੁੰਦਾ, ਚਾਹੇ ਉਹ ਵਿਧਾਨ ਸਭਾ ਦੇ ਲਈ, ਚਾਹੇ ਉਹ ਲੋਕ ਸਭਾ ਦੇ ਲਈ। ਔਰ ਉਹ ਨੁਮਾਇੰਦਾ ਕਿਸ ਪਰਿਪੇਖ ਦੇ ਵਿੱਚ ਚੁਣਨਾ ਹੁੰਦਾ? ਰਾਜਨੀਤਿਕ ਪਰਿਪੇਖ ਦੇ ਵਿੱਚ, ਸੱਤਾ ਦੇ ਪਰਿਪੇਖ ਦੇ ਵਿੱਚ, ਤੁਹਾਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਪਰਿਪੇਖ ਦੇ ਵਿੱਚ। ਤੇ ਉੱਥੇ ਜਦੋਂ ਧਰਮ ਜਿਹੜਾ ਹੈ ਉਹਨੂੰ ਡਿਫਰੈਂਟ ਰਹਿਣਾ ਚਾਹੀਦਾ, ਧਰਮ ਨੂੰ ਡਿਫਰੈਂਟ ਰੱਖਣਾ ਚਾਹੀਦਾ। ਨੋ ਡਾਊਟ, ਦੇਖੋ, ਧਰਮ ਇਨਸਾਨ ਦੀ ਅੰਦਰੂਨੀ ਸ਼ਕਤੀ ਲਈ ਹੈ। ਹਰ ਇਨਸਾਨ ਆਪਣੇ ਧਰਮ ਦੀ ਪਾਲਣਾ ਕਰਦਾ, ਲੇਕਿਨ ਧਰਮ ਉਹਦੇ ਆਪਣੇ ਤੱਕ, ਉਹਦੇ ਪਰਿਵਾਰ ਤੱਕ, ਉਹਦੇ ਘਰ ਤੱਕ। ਪਰ ਜਦੋਂ ਰਾਜਨੀਤੀ ਦੇ ਵਿੱਚ ਜਿਹੜੀ ਧਰਮ ਦੀ ਗੱਲ ਆ ਜਾਂਦੀ ਹੈ ਤਾਂ ਉਹਦੇ ਨਾਲ ਜਿਹੜੀ ਰਾਜਨੀਤਿਕ ਜਿਹੜੀ ਅਸਲੀ ਸੋਚ ਹੈ ਉਹ ਵੀ ਕਿਤੇ ਨਾ ਕਿਤੇ ਅਫੈਕਟ ਹੋ ਜਾਂਦੀ ਹੈ। ਤੇ ਜਿਹੜਾ ਧਰਮ ਨੂੰ ਰਾਜਨੀਤੀ ਦੇ ਵਿੱਚ ਯੂਜ਼ ਕਰ ਲਿਆ ਜਾਂਦਾ ਹੈ ਤਾਂ ਉਹਦੇ ਨਾਲ ਜਿਸ ਅਸਲ ਮਕਸਦ ਦੇ ਨਾਲ ਚੋਣਾਂ ਹੁੰਦੀਆਂ, ਜਿਸ ਅਸਲ ਮਕਸਦ ਦੇ ਨਾਲ ਅਸੀਂ ਆਪਣੇ ਨੁਮਾਇੰਦੇ ਚੁਣਨੇ ਹੁੰਦੇ ਆ, ਉਹਨਾਂ ਨੂੰ ਵੀ ਢਾਹ ਵੱਜਦੀ ਹੈ। ਇਹੀ ਪੋਜੀਸ਼ਨ ਪੈਸੇ ਦੇ ਨਾਲ ਹੁੰਦੀ ਹੈ। ਇਸੇ ਲਈ ਜਿਹੜੀਆਂ ਚੋਣਾਂ ਹੈ ਉਹ ਪੈਸੇ ਦੇ ਪ੍ਰਭਾਵ ਹੇਠ ਵੀ ਨਹੀਂ ਹੋਣੀਆਂ ਚਾਹੀਦੀਆਂ, ਉਹਦੇ 'ਚ ਧਾਰਮਿਕ ਮੁੱਦੇ ਵੀ ਨਹੀਂ ਹੋਣੇ ਚਾਹੀਦੇ। ਔਰ ਜਿੱਦਾਂ ਡੇਰਾਵਾਦ ਵੀ ਆ, ਬਹੁਤ ਲੋਕ ਡੇਰਿਆਂ ਦੇ ਵਿੱਚ ਜਾਂਦੇ ਆ, ਉੱਥੇ ਉਹਨਾਂ ਨੂੰ ਆਪਣਾ ਮਾਨਸਿਕ ਸਕੂਨ ਦੀ ਗੱਲ ਕਰਦੇ ਆ, ਉਹ ਆਪਣੇ ਅਧਿਆਤਮ ਦੀ ਗੱਲ ਕਰਦੇ ਆ। ਪਰ ਉਹ ਡੇਰੇ ਦੇ ਵਿੱਚ ਮਾਨਸਿਕ ਸਕੂਨ ਔਰ ਅਧਿਆਤਮ ਤੱਕ ਜਿਹੜੀ ਹੈ ਲਿਮਿਟੇਸ਼ਨ, ਜਾਂ ਜਿਹੜਾ ਉੱਥੋਂ ਤੱਕ ਸਹੀ ਗੱਲ ਹੈ, ਪਰੰਤੂ ਉਹਨੂੰ ਰਾਜਨੀਤੀ ਦੇ ਵਿੱਚ ਲਿਆਉਣ ਦੇ ਨਾਲ ਫਿਰ ਕਿਤੇ ਨਾ ਕਿਤੇ ਫਿਰ ਦੁਬਾਰਾ ਰਾਜਨੀਤੀ ਦੇ ਵਿੱਚ ਅਫੈਕਟ ਹੁੰਦਾ ਹੈ, ਰਾਜਨੀਤੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤੇ ਉਹਦੇ ਨਾਲ ਹੋਰ ਬਹੁਤ ਸਾਰੀ ਸਮੱਸਿਆਵਾਂ ਵੀ ਪੈਦਾ ਹੁੰਦੀਆਂ। ਬਿਲਕੁਲ ਬਿਲਕੁਲ, ਹੋਣਾ ਤਾਂ ਨਹੀਂ ਚਾਹੀਦਾ ਇਦਾਂ, ਪਰ ਅਫਸੋਸ ਹੁੰਦਾ ਅਕਸਰ ਇਦਾਂ ਹੀ ਆ। ਟੀਨਾ ਜੀ ਤੋਂ ਜਾਣਨਾ ਚਾਹੂੰਗਾ,
ਟੀਨਾ ਜੀ, ਜਿਸ ਤਰੀਕੇ ਦੇ ਨਾਲ ਚੋਣਾਂ ਦੇ ਨੇੜੇ ਜਾਂਦਿਆਂ ਡੇਰਿਆਂ ਦੀ ਗੱਲ ਵਧਣ ਲੱਗ ਪੈਂਦੀ ਹੈ, ਡੇਰਿਆਂ ਦੀ ਚਰਚਾ ਵਧਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕਿਸੇ ਡੇਰੇ ਦੇ ਖਿਲਾਫ ਨਹੀਂ, ਕੋਈ ਗਲਤ ਨਹੀਂ ਬੋਲ ਰਹੇ, ਪਰ ਕੀ ਇਹ ਜਿਹੜਾ ਵੋਟ ਦਾ ਅਧਿਕਾਰ ਹੈ ਉਹ ਅਧਿਕਾਰ ਨੂੰ ਖੋਰਾ ਨਹੀਂ ਲਾਉਂਦਾ ਜਦੋਂ ਇੱਕ ਡੇਰਾ ਇੱਕ ਉਹਦੇ ਨਾਲ ਜੁੜੇ ਲੱਖਾਂ ਅਨੁਆਈਆਂ ਨੂੰ ਇੱਕੋ ਹੀ ਇੰਸਟਰਕਸ਼ਨ ਜਾਰੀ ਕਰ ਦਿੰਦਾ ਹੈ ਕਿ ਅਸੀਂ ਇਸ ਵਾਲੇ ਪਾਸੇ ਭੁਗਤਣਾ ਜਾਂ ਇਸ ਵਾਲੇ ਪਾਸੇ ਭੁਗਤਣਾ? ਕੀ ਇਹ ਸਾਡੇ ਲੋਕ ਮਤ ਦਾ ਘਾਣ ਨਹੀਂ? ਦੇਖੋ, ਡੇਰਿਆਂ ਦੇ ਵਿੱਚ ਜਾ ਕੇ ਮੱਥਾ ਟੇਕਣਾ ਕੋਈ ਮਾੜੀ ਗੱਲ ਨਹੀਂ ਹੈਗੀ। ਹਰ ਰਾਜਨੀਤਿਕ ਪਾਰਟੀ ਦੇ ਵਿੱਚੋਂ ਜਿਸ ਵੀ ਕਿਸੇ ਪਾਰਟਿਕੂਲਰ ਪਲੇਸ ਦੇ ਵਿੱਚ ਜਾ ਕੇ ਅਗਰ ਕੋਈ ਉੱਥੇ ਕੋਈ ਚੋਣ ਹੋਣ ਜਾ ਰਹੇ ਹੋਣ ਤੇ ਅਗਰ ਕੋਈ ਉਸ ਸ਼ਹਿਰ ਦੇ ਵਿੱਚ ਕੋਈ ਡੇਰਾ ਕਿਸੇ ਸਮਾਜ ਦੇ ਨਾਲ ਕਿਸੇ ਨਾਲ ਕੰਸਰਨਡ ਹੈਗਾ ਤੇ ਉੱਥੇ ਜਾ ਕੇ ਮੱਥਾ ਟੇਕਣਾ ਸੁਭਾਵਿਕ ਹੈਗਾ। ਇਹਦੇ ਵਿੱਚ ਕੋਈ ਗਲਤ ਗੱਲ ਨਹੀਂ, ਕਿਉਂਕਿ ਉਹ ਕਦੀ ਵੀ ਡੇਰੇ ਦੇ ਵਿੱਚ ਜੋ ਗੱਦੇ ਤੇ ਬੈਠ ਕੇ ਉਹ ਸੰਭਾਲ ਰਹੇ ਨੇ ਸਾਰਾ ਕੁਝ, ਕਿਸੇ ਵੀ ਐਸੇ ਪਾਸੋਂ ਕਦੀ ਬਿਆਨ ਨਹੀਂ ਆਉਂਦਾ, ਨਾ ਹੀ ਉਹਨਾਂ ਦੇ ਸਮਰਥਕਾਂ ਵੱਲੋਂ ਇਹ ਕਿਹਾ ਜਾਂਦਾ ਹੈਗਾ ਕਿ ਤੁਸੀਂ ਕਿਸ ਪਾਰਟਿਕੂਲਰ ਬੰਦੇ ਦੀ ਸਪੋਰਟ ਕਰਨੀ ਹੈ ਜਾਂ ਅਸੀਂ ਇੱਕ ਤਰਫਾ ਨਾਲ ਕੋਈ ਉਹਨਾਂ ਨੂੰ ਸਾਈਨ ਦੇਣਾ ਹੈਗਾ। ਇਸ ਤਰ੍ਹਾਂ ਦੀ ਕਦੀ ਮੈਂ ਨਾ ਦੇਖਿਆ ਨਾ ਕਦੀ ਸੁਣਿਆ। ਔਰ ਯਸ, ਇੰਨਾ ਜ਼ਰੂਰ ਹੈ ਕਿ ਜਿੱਥੇ ਵੀ ਕੋਈ ਡੇਰੇਵਾਦ ਦੀ ਅਗਰ ਕੋਈ ਗੱਲ ਕੇ ਕੰਮ ਦੀ ਸ਼ੁਰੂਆਤ ਰੱਖਦਾ ਹੈ, ਕਿਉਂਕਿ ਉਹ ਇੱਕ ਲੋਕਾਂ ਦੇ ਇੱਕ ਤਾਂ ਜੋ ਸਮਾਜ ਦੇ ਵਿੱਚ ਜੋ ਉਹਨਾਂ ਦੀਆਂ ਬਿਲੀਵਸ ਹੈਗੀਆਂ ਜਾਂ ਫਿਰ ਧਾਰਮਿਕ ਚੀਜ਼ਾਂ ਨੂੰ ਲੈ ਕੇ ਜੋ ਲੋਕ ਜਿਸ ਚੀਜ਼ ਨੂੰ ਪਸੰਦ ਕਰਦੇ ਨੇ ਜਾਂ ਉਹਨਾਂ ਨੂੰ ਫੋਲੋ ਕਰਦੇ ਨੇ, ਉਹਦੇ ਵਿੱਚ ਅਸੀਂ ਕੋਈ ਵੀ ਇਦਾਂ ਦੀ ਗੱਲਾਂ ਨਹੀਂ ਕਰ ਸਕਦੇ ਹੈਗੇ ਕਿ ਹਾਂ ਵੀ ਇੱਥੇ ਜਾਣਾ ਚਾਹੀਦਾ, ਸਾਨੂੰ ਇੱਥੇ ਨਹੀਂ ਜਾਣਾ। ਸਾਨੂੰ ਉਸ ਟਾਈਮ ਤੇ ਸਾਰੇ ਇੱਕ ਬਰਾਬਰ ਲੱਗ ਕੇ ਹਰ ਕਿਸੇ ਦਾ ਮੱਥਾ ਟੇਕ ਕੇ ਅਸੀਂ ਚੋਣਾਂ ਦੀ ਸ਼ੁਰੂਆਤ ਕਰਦੇ ਹਾਂ। ਬਟ ਯੈਸ, ਜਦੋਂ ਖੁਦ ਪੋਲੀਟੀਕਲ ਪਾਰਟੀਜ਼ ਆਪਣੇ ਆਪ ਖੁਦ ਆਪਣੇ ਚੁਣਾਵਾਂ ਦੇ ਦੌਰਾਨ ਜਾਂ ਭਾਸ਼ਣਾਂ ਦੇ ਦੌਰਾਨ ਉਹਨਾਂ ਰਿਲੀਜੀਅਸ ਚੀਜ਼ਾਂ ਨੂੰ ਜਾਂ ਫਿਰ ਧਾਰਮਿਕ ਚੀਜ਼ਾਂ ਨੂੰ ਇਨਵੋਲਵ ਕਰਕੇ ਆਪਣਾ ਭਾਸ਼ਣ ਦਿੰਦੇ ਨੇ ਜਾਂ ਉਹਨਾਂ ਨੂੰ ਇਹ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰਦੇ ਨੇ ਜਨਤਾ ਨੂੰ ਜਾਂ ਵੋਟਰਸ ਨੂੰ ਕਿ ਅਸੀਂ ਜਾਂ ਤੇ ਹਿੰਦੂਵਾਦ ਦੇ ਵਿੱਚ ਜਾਣਾ ਜਾਂ ਫਿਰ ਸਿੱਖਵਾਦ ਦੇ ਵਿੱਚ ਜਾਣਾ ਜਾਂ ਫਿਰ ਅਸੀਂ ਈਸਾਈ ਧਰਮ ਦੇ ਵਿੱਚ ਜਾਣਾ, ਇਹ ਗੱਲਾਂ ਜਦੋਂ ਖੁਦ ਰਾਜਨੀਤਿਕ ਲੋਕ ਜਦੋਂ ਖੁਦ ਮੁੱਦੇ ਚੁੱਕਦੇ ਨੇ ਤਾਂ ਫਿਰ ਉੱਥੇ ਇਸ਼ੂ ਖੜੇ ਹੁੰਦੇ ਨੇ। ਔਰ ਡੇਰਿਆਂ ਦੇ ਵਿੱਚ ਜਾਣਾ ਕਿ ਉਹਨਾਂ ਨੇ ਕਦੀ ਕਿਸੇ ਨੂੰ ਬੁਲਾਇਆ ਹੋਏ ਜਾਂ ਕਿਸੇ ਨੂੰ ਕਹਿ ਕੇ ਉਹਨਾਂ ਦੇ ਸਮਰਥਕਾਂ ਨੂੰ ਕਿਹਾ ਹੋਏ ਕਿ ਤੁਸੀਂ ਇਸ ਪਾਰਟਿਕੂਲਰ ਪਾਰਟੀ ਨੂੰ ਸਪੋਰਟ ਕਰਨਾ ਹੈਗਾ। ਅਸੀਂ ਖੁਦ ਜ਼ਿੰਮੇਵਾਰ ਹਾਂ। ਪੋਲੀਟੀਕਲ ਪਾਰਟੀ ਜਿਹੜੀਆਂ ਹੁੰਦੀਆਂ ਹੈਗੀਆਂ ਇਹਦੇ ਵਿੱਚ ਕਈ ਵਾਰੀ ਸੀਨੀਅਰ ਲੀਡਰ ਜਾਂ ਕੁਝ ਪਾਰਟੀਆਂ ਵੱਲੋਂ ਐਸੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਜਿੱਥੇ ਧਾਰਮਿਕ ਚੀਜ਼ਾਂ ਨੂੰ ਯੂਟਿਲਾਈਜ਼ ਕਰਕੇ ਵੋਟਾਂ ਬਟੋਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ। ਔਰ ਇਹ ਚੀਜ਼ਾਂ ਅਸੀਂ ਧਾਰਮਿਕ ਚੀਜ਼ਾਂ ਤੇ ਲੜਾਈਵਾਰ ਦੇਖਣਾ ਅਸੀਂ ਕਈ ਹੋਰ ਪਾਰਟੀਆਂ ਦੇ ਵਿੱਚ ਵੀ ਅਸੀਂ ਦੇਖਣ ਨੂੰ ਮਿਲਦਾ। ਮੈਂ ਅਸੀਂ ਪਾਰਟਿਕੂਲਰ ਪਾਰਟੀ ਦਾ ਨਾਮ ਨਹੀਂ ਲੈਣਾ ਚਾਹਾਂਗੀ, ਬਟ ਕਈ ਵਾਰੀ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਹੈ ਜਿੱਥੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਕੇ, ਜਿੱਥੇ ਹਿੰਦੂ ਦਾ ਕੋਈ ਵੀ ਚੀਜ਼ ਹੋਏ, ਮੁਸਲਮਾਨਾਂ ਦੇ ਕੋਈ ਨਾਅਰੇ ਲਗਾ ਕੇ ਇਸ ਚੀਜ਼ ਨੂੰ ਬਟਵਾਰਾ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਨੇ ਜਾਂ ਮੈਜੋਰਿਟੀ ਦੇ ਵਿੱਚ ਖੇਲਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਉਹਦੇ ਵਿੱਚ ਖਿਲਵਾੜ ਪੈਦਾ ਹੁੰਦੇ ਨੇ। ਆਪਸੀ ਲੋਕਾਂ ਦੇ ਵਿੱਚ ਇਨਸਾਨੀਅਤ ਦੇ ਵਿੱਚ ਫੁੱਟ ਪੈਦਾ ਹੁੰਦੀ ਹੈ, ਜਿਹਦੇ ਵਿੱਚ ਲੋਕ ਸੋਚਦੇ ਨੇ ਸਾਡੀ ਜਿਹੜੀ ਕ੍ਰੈਡੀਬਿਲਿਟੀ ਹੈ ਸਾਡੇ ਦੇਸ਼ ਦੇ ਵਿੱਚ, ਸਾਨੂੰ ਆਪਣੀ ਠੀਕ ਹੈ। ਮੈਂ ਦੀਵਾਨ ਅਮਿਤ ਅਰੋੜਾ ਜੀ ਨੂੰ ਇੱਥੇ ਜੋੜਦਾ ਹੋਇਆ ਜ਼ਰੂਰ ਇਹ ਪੁੱਛਣਾ ਚਾਹੂੰਗਾ, ਅਰੋੜਾ ਸਾਹਿਬ, ਜਿਹੜੀ ਵਾਦ ਦੀ ਟੀਨਾ ਚੌਧਰੀ ਜੀ ਹੋਰਾਂ ਨੇ ਗੱਲ ਕੀਤੀ ਹੈ, ਕੋਈ ਵੀ ਧਰਮ ਦਾ ਵਾਦ ਉਸ ਨੂੰ ਧਰਮਵਾਦ ਦੇ ਨਾਲ ਜੋੜ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਵਾਦ ਬਹੁਤ ਵੱਡਾ ਹੋ ਜਾਂਦਾ ਹੈ। ਪਾਰਟੀਆਂ ਇਹ ਤੋਂ ਮਹਿਰੂਮ ਨਹੀਂ ਰਹਿ ਸਕਦੀਆਂ, ਮੇਰਾ ਸਵਾਲ ਹੈ। ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਧਰਮ ਨੂੰ ਰਾਜਨੀਤੀ ਨਾਲ ਜੋੜ ਲੈਂਦੇ ਹਾਂ ਤੇ ਉਸ ਤੋਂ ਬਾਅਦ ਇਹਦਾ ਮਜ਼ਹਬੀ ਪੱਖ ਵੇਖ ਕੇ ਫਿਰ ਉਸ ਨੂੰ ਆਪਣੇ ਪਲੇਥਣ ਦੇ ਨਾਲ ਉਸ ਨੂੰ ਸਿਆਸੀ ਕੜਾਹੇ ਦੇ ਵਿੱਚੋਂ ਕੱਢਦੇ ਹਾਂ, ਕਿੰਨੇ ਹੀ ਲੋਕਾਂ ਨੂੰ ਇਸ ਭੱਠੀ ਝੋਕ ਦਿੱਤਾ ਜਾਂਦਾ, ਸ਼ਾਇਦ ਸਾਨੂੰ ਅੰਦਾਜ਼ਾ ਨਹੀਂ। ਪਾਰਟੀਆਂ ਮਹਿਰੂਮ ਕਿਉਂ ਨਹੀਂ ਰਹਿ ਸਕਦੀਆਂ ਇਸ ਧਰਮਵਾਦੀ ਸਿਆਸਤ ਤੋਂ? ਦੇਖੋ, ਇਸ ਤਰ੍ਹਾਂ ਕਿ ਪਹਿਲੀ ਗੱਲ ਤਾਂ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਹੈ ਕਿ ਇੱਥੇ ਭਾਈਚਾਰਾ ਬੜਾ ਮਜ਼ਬੂਤ ਹੈ। ਤੁਸੀਂ ਦੇਖੋ, ਭਾਵੇਂ ਇੱਥੇ ਜਿੰਨੇ ਵੀ ਡੇਰੇ ਨੇ, ਚਾਹੇ ਉਹ ਡੇਰਾ ਬੱਲਾ ਹੋਵੇ, ਚਾਹੇ ਉਹ ਰਾਧਾ ਸਵਾਮੀ ਸਤਸੰਗ ਡੇਰਾ ਹੋਵੇ, ਇੱਕ ਬੜੀ ਵਧੀਆ ਗੱਲ ਹੈ ਕਿ ਕਿਸੇ ਵੀ ਹਰ ਡੇਰੇ ਨੇ ਵੈਲਕਮ ਕੀਤਾ। ਕੋਈ ਵੀ ਰਾਜਸੀ ਧਿਰ ਜਿਹੜੀ ਆ ਉਹਨਾਂ ਕੋਲ, ਚਾਹੇ ਉਹ ਮੱਥਾ ਟੇਕਣ ਜਾਵੇ, ਚਾਹੇ ਉਹ ਵਿਜ਼ਿਟ ਕਰਨ ਜਾਵੇ। ਲੇਕਿਨ ਇੱਕ ਹੋਰ ਅੱਛੀ ਗੱਲ ਸਾਹਮਣੇ ਆਈ ਕਿ ਕਿਸੇ ਵੀ ਡੇਰੇ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਚੋਣਾਂ ਦੇ ਦੌਰਾਨ ਵੋਟਾਂ ਪਾਉਣ ਵਾਸਤੇ ਕੋਈ ਸਮਰਥਨ ਨਹੀਂ ਦਿੱਤਾ। ਮਤਲਬ ਕਿਸੇ ਵੀ ਡੇਰੇ ਨੇ ਕੋਈ ਖੁੱਲਾ ਨਹੀਂ, ਬਹੁਤ ਇੱਕ ਦੋ ਡੇਰਿਆਂ ਨੂੰ ਛੱਡ ਕੇ ਅੱਜ ਤੱਕ ਓਪਨਲੀ ਤਾਂ ਕੋਈ ਵੀ ਡੇਰਾ ਕਿਸੇ ਨੂੰ ਸਪੋਰਟ ਨਹੀਂ ਕਰਦਾ। ਅੰਦਰ ਖਾਤੇ ਹੀ ਉਹ ਗੰਢ ਧੁੱਪ ਹੁੰਦੀ ਹੈ ਸਾਰੇ। ਨਹੀਂ, ਦੇਖੋ, ਇਸ ਤਰ੍ਹਾਂ ਅੰਦਰ ਖਾਤੇ ਕਿਸ ਤਰ੍ਹਾਂ ਹੁੰਦੀ, ਹੁਣ ਦੇਖੋ ਕਿ
ਪਹਿਲੇ ਕਾਂਗਰਸ ਨੇ ਦਾਅਵੇ ਕੀਤੇ ਕਿ ਅਸੀਂ ਜੀ ਜਿਹੜਾ 25 ਕਰੋੜ ਰੁਪਈਆ ਗੁਰੂ ਰਵਿਦਾਸ ਸਟੱਡੀ ਸਰਕਲ ਲਈ ਦਿੱਤਾ ਗਿਆ ਡੇਰਾ ਬੱਲਾ ਨੂੰ, ਉਹ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਜਿਹੜਾ ਰਿਲੀਜ਼ ਕੀਤਾ ਹੋਇਆ ਲੋਕੇਟ ਕੀਤਾ। ਸੋ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ। ਹੁਣੇ ਮੇਰੀ ਭੈਣ ਕਹਿ ਰਹੀ ਸੀ ਟੀਨਾ ਚੌਧਰੀ ਕਿ ਜੀ ਹਿੰਦੂਵਾਦ ਦਾ ਨਾਰਾ ਨਹੀਂ ਲੱਗਣਾ ਚਾਹੀਦਾ ਜਾਂ ਕਿਸੇ ਧਰਮ ਦਾ ਨਾਰਾ ਨਹੀਂ ਲੱਗਣਾ ਚਾਹੀਦਾ। ਇਹਨਾਂ ਨੂੰ ਪੁੱਛੋ ਵੀ ਇੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੀ ਹੈ, ਜੇ ਧਰਮ ਨਿਰਪੇਖਤਾ ਦਾ ਤੁਸੀਂ ਪੈਰਵੀ ਕਰਦੇ ਹੋ ਨਾ, ਇੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੀ ਹੈ, ਇੱਥੇ ਗੀਤਾ ਸਟੱਡੀ ਸਰਕਲ ਵੀ ਹੈ। ਜੇ ਗੁਰੂ ਰਵਿਦਾਸ ਸਟੱਡੀ ਸਰਕਲ ਨੂੰ ਪੈਸੇ ਦੇਣੇ ਚਾਹੀਦੇ ਹੈ, ਮੈਂ ਇਨਕਾਰ ਨਹੀਂ ਕਰਦਾ ਕਿ ਬਈ ਨਹੀਂ ਦੇਣੇ ਚਾਹੀਦੇ, ਤੁਸੀਂ ਦਿਓ, ਲੇਕਿਨ ਨਾਲ ਦੀ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਵੀ ਦਿਓ, ਨਾਲ ਦੀ ਨਾਲ ਦੀਵਾਨ ਸਾਹਿਬ ਗੱਲ ਹੀ ਅਸੀਂ ਇਹ ਕਰ ਰਹੇ ਹਾਂ ਕਿ ਇਸ ਨੂੰ ਰਾਜਨੀਤੀ ਦੇ ਨਾਲ ਤਾਂ ਨਾ ਜੋੜ ਕੇ ਵੇਖਿਆ ਜਾਵੇ। ਜਿਹੜੀ ਰਾਜ ਕਰਨ ਦੀ ਨੀਤੀ ਦੇ ਨਾਲ ਧਰਮ ਦੇ ਪੈਰਾਕਾਰਾਂ ਨੂੰ ਖੁਸ਼ ਕਰਨ ਦੀ ਆਪਣੀ ਸੱਤਾ ਨਾਲ, ਸਿਆਸਤ ਨਾਲ ਕੋਸ਼ਿਸ਼ ਕੀਤੀ ਜਾਂਦੀ, ਉਹ ਤਾਂ ਹੋਣੀ ਨਹੀਂ ਚਾਹੀਦੀ। ਆਪਾਂ ਤਾਂ ਵਿਸ਼ੇ ਇਸ ਤੇ ਗੱਲ ਆਮ ਆਦਮੀ ਪਾਰਟੀ ਨੇ ਬੋਰਡ ਲਾਤੇ, ਫਲੈਕਸ ਹੋਲਡਿੰਗ ਲਾਤੇ, ਜਲੰਧਰ ਦੇ ਵਿੱਚ 1000 ਹੋਲਡਿੰਗ ਲਾਤਾ, ਚੋਣਾਂ ਦੀ ਰਾਜਨੀਤੀ ਦੇ ਨਾਲ ਰਿਲੇਟ ਕਰਦੇ ਹੋਏ। ਔਰ ਤੁਸੀਂ ਦੇਖੋਗੇ ਦਿੱਲੀ ਦੇ ਵਿੱਚ ਕੀ ਕੀਤਾ ਇਹਨਾਂ ਨੇ। ਦਿੱਲੀ ਦੇ ਵਿੱਚ ਜਿਹੜੇ ਮਦਰਸੇ ਸੀ, ਮਦਰਸੇ ਦੇ ਜਿਹੜੇ ਸੰਚਾਲਕ ਸੀ, ਉਹਨਾਂ ਨੂੰ ਇਹਨਾਂ ਨੇ ਤਨਖਾਹ ਲਾਤੀ ਆਮ ਆਦਮੀ ਪਾਰਟੀ ਨੇ, ਤੇ ਮੰਦਰਾਂ ਦੇ ਪੁਜਾਰੀਆਂ ਨੂੰ ਦਵਾਨੀ ਨਹੀਂ ਦਿੱਤੀ। ਜਦੋਂ ਧਰਮ ਦੇ ਨਾਂ ਤੇ ਪਾਲਿਸੀਆਂ ਬਣਨਗੀਆਂ, ਸਰਕਾਰਾਂ ਪਾਲਿਸੀਆਂ ਬਣਾਉਣਗੀਆਂ। ਕਰਨਾਟਕ 'ਚ ਕੀ ਕੀਤਾ ਕਾਂਗਰਸ ਨੇ? 4% ਮਤਲਬ ਸੰਵਿਧਾਨ ਦੇ ਵਿਰੁੱਧ ਜਾ ਕੇ, ਸੰਵਿਧਾਨ ਜਿਹੜਾ ਵਾ ਉਹ ਧਰਮ ਦੇ ਆਧਾਰ ਤੇ ਆਰਕਸ਼ਣ ਨਹੀਂ ਦੇ ਸਕਦਾ, ਤਾਂ ਸੰਵਿਧਾਨ 'ਚ ਅਲਾਉਡ ਨਹੀਂ ਹੈ। ਕਾਂਗਰਸ ਨੇ ਸੰਵਿਧਾਨ ਤੋਂ ਬਾਹਰ ਜਾ ਕੇ 4% ਰਿਜ਼ਰਵੇਸ਼ਨ ਦਿੱਤੀ, ਮੁਸਲਿਮ ਆਰਕਸ਼ਣ ਦਿੱਤਾ। ਸੋ ਧਰਮ ਦੇ ਨਾਂ ਤੇ ਕੌਣ ਖਿਲਵਾੜ ਕਰ ਰਿਹਾ? ਕਾਂਗਰਸ ਕਰ ਰਹੀ ਹੈ, ਆਮ ਆਦਮੀ ਪਾਰਟੀ ਕਰ ਰਹੀ ਹੈ। ਚਲੋ, ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਆਏ ਪੀਰ ਮੁਹੰਮਦ ਸਾਹਿਬ ਤੋਂ ਜਾਣਨਾ ਚਾਹੁੰਦਾ ਇਸ ਵਿਸ਼ੇ ਦੇ ਉੱਤੇ ਕੀ ਉਹਨਾਂ ਦੀ ਰਾਏ ਹੈ, ਕੀ ਸੋਚਦੇ ਆ। ਦੇਖੋ ਧਾਲੀਵਾਲ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਨੂੰ? ਜੀ ਆ ਰਹੀ ਹੈ, ਬਿਲਕੁਲ ਆ ਰਹੀ। ਦੇਖੋ ਧਾਲੀਵਾਲ ਸਾਹਿਬ, ਇਹ ਜਿਹੜਾ ਮਸਲਾ ਹੈ ਨਾ ਇਲੈਕਸ਼ਨ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ, ਇਹਦੇ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿੰਨੀ ਦੇਰ ਤੱਕ ਆਪ ਫੈਸਲਾ ਨਹੀਂ ਕਰਦਾ, ਕੋਈ ਠੋਸ ਜਿਹੜਾ ਆਪਾਂ ਇੱਕ ਹੁੰਦਾ ਨਾ ਸਖਤੀ ਨਾਲ ਲਾਗੂ ਨਹੀਂ ਕਰਦਾ, ਉਨੀ ਦੇਰ ਤੱਕ ਹਰ ਪਾਰਟੀ ਦੀ ਮਜਬੂਰੀ ਹੈ। ਹਰ ਪਾਰਟੀ, ਦੇਖੋ ਸਾਰੇ ਸ਼ਰਧਾ ਵਸ ਨਹੀਂ ਜਾਂਦੇ। ਮੈਂ ਇੱਕ ਗੱਲ ਕਲੀਅਰ ਕਰਾਂ, ਬਹੁਤ ਸਾਰੇ ਆਪਸ ਵਿੱਚ ਇਹ ਸਾਰੀਆਂ ਪਾਰਟੀਆਂ ਬੈਠੀਆਂ ਦਿਲ ਤੇ ਹੱਥ ਰੱਖ ਕੇ ਕਹਿਣ ਕਿ ਉਹਨਾਂ ਨੂੰ ਵੀ ਪਤਾ, ਜਿਹੜੇ ਡੇਰਾਦਾਰ ਨੇ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਪਤਾ ਕਿ ਇਹ ਸਾਡੇ ਕੋਲ ਕਿਉਂ ਆਉਂਦੇ ਨੇ ਔਰ ਵੋਟਾਂ ਲੈਣ ਵਾਸਤੇ ਆਉਂਦੇ ਨੇ। ਪਰ ਮੈਂ ਇੱਕ ਨਿੱਜੀ ਤੌਰ ਦੇ ਉੱਤੇ ਜਿਹੜੇ ਆਪਣੇ ਮੈਂ ਵਿਚਾਰ ਜੇ ਰੱਖਾਂ ਤੇ ਮੈਂ ਮਹਿਸੂਸ ਕਰਦਾ ਕਿ ਇਸ ਚੀਜ਼ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਕੁਝ ਸਬਕ ਸਿੱਖਣ ਦੀ ਲੋੜ ਹੈ। ਕਿਉਂਕਿ ਜਿਹੜਾ ਅਸੀਂ ਇੱਕ ਮਨੁੱਖ ਦਾ ਧਰਮੀ ਹੋਣਾ, ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ, ਲੇਕਿਨ ਉਸ ਧਰਮ ਦੇ ਨਾਮ ਦੇ ਉੱਤੇ ਰਾਜਨੀਤੀ ਕਰਨੀ ਉਹ ਬਿਲਕੁਲ ਠੀਕ ਨਹੀਂ ਹੈਗੀ। ਪਰ ਜਿਵੇਂ ਸਾਡੇ ਸਿੱਖ ਕੌਮ ਦੇ ਵਿੱਚ ਬੀਰੀ ਤੇ ਪੀਰੀ ਦਾ ਇੱਕ ਸਿਧਾਂਤ ਹੈ, ਅਸੀਂ ਬਿਲਕੁਲ ਉਹਨੂੰ ਕਲੀਅਰ ਕਰਦੇ ਹਾਂ। ਜਿਹੜੇ ਦੂਸਰੀ ਪਾਰਟੀ ਜਿਵੇਂ ਹੁਣ ਕਾਂਗਰਸ ਹੈ, ਕਾਂਗਰਸ ਕੀ ਕਹਿੰਦੀ ਹੈ ਕਿ ਅਸੀਂ ਧਰਮ ਨਿਰਪੇਖ ਪਾਰਟੀ ਹਾਂ। ਧਰਮ ਨਿਰਪੇਖ ਦਾ ਮਤਲਬ ਕਿ ਇਹੋ ਜਿਹੀਆਂ ਗੱਲਾਂ ਜਦੋਂ ਆਪਾਂ ਕਰਕੇ ਤੇ ਫਿਰ ਉਹਦੇ ਵਿੱਚ ਵੀ ਧੁੱਸ ਜਾਣਾ, ਉਹ ਬਹੁਤ ਵੱਡਾ ਸਵਾਲ ਖੜਾ ਕਰਦਾ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ, ਉਹ ਕਹਿੰਦੇ ਜੀ ਅਸੀਂ ਤਾਂ ਧਰਮ ਦੀ ਰਾਜਨੀਤੀ ਕਰਦੇ ਹੀ ਨਹੀਂਗੇ, ਅਸੀਂ ਤਾਂ ਨਿਰੋਲ ਜਿਹੜਾ ਹੈ ਇਸ ਤਰੀਕੇ ਦੇ ਨਾਲ ਚੱਲਦੇ ਆ ਕਿ ਡਿਵੈਲਪਮੈਂਟ ਦੀ ਗੱਲ ਹੋਵੇ ਜੀ, ਇਸ ਪੱਧਰ ਦੀਆਂ ਗੱਲਾਂ ਹੋਣ ਕਿ ਜਿਸ ਦੇ ਵਿੱਚ ਆਮ ਆਦਮੀ ਦੇ ਜਿਹੜਾ ਨਿਤਮਰਾ ਜ਼ਿੰਦਗੀ ਦਾ ਜਿਹੜਾ ਹੈਗਾ ਉਹਦੇ ਉੱਤੇ ਉਹ ਕੇਂਦਰਿਤ ਕਰਦੇ ਆ, ਪਰ ਉਹ ਸਭ ਕੁਝ ਉਲਟ ਰਿਹਾ। ਇਸ ਕਰਕੇ ਇਹ ਜਿਹੜੀ ਧਰਮ ਦੀ ਰਾਜਨੀਤੀ ਇਹਨੂੰ ਕਹਿਣਾ, ਇਹ ਬਿਲਕੁਲ ਇੱਕ ਅਲੱਗ ਪਹਿਲੂ ਹੈ। ਇਹਦੇ ਉੱਤੇ ਬਹੁਤ ਗੰਭੀਰਤਾ ਨਾਲ ਬੈਠੇ ਆਪਾਂ ਸਾਰੇ ਆਪਣੀ ਫਾਰਮੈਲਿਟੀ ਪੂਰੀ ਕਰਕੇ ਚਲੇ ਜਾਵਾਂਗੇ। ਹਰ ਇੱਕ ਬੰਦਾ ਕਹੇਗਾ ਕਿ ਮੈਂ ਨਹੀਂ ਕਰਦਾ, ਮੈਂ ਨਹੀਂ ਕਰਦਾ। ਪਰ ਮੈਨੂੰ ਦੱਸੋ, ਜਿਹੜਾ ਵੋਟਰ ਹੈ, ਵੋਟਰ ਦਾ ਆਪਾਂ ਕਿਹੜਾ ਆਪਣੇ ਕੋਲ ਪੈਰਾਮੀਟਰ ਹੈ ਜਿਹਦੇ ਨਾਲ ਆਪਾਂ ਇਹ ਚੈੱਕ ਕਰ ਲਈਏ ਇੱਕ ਧਰਮੀ ਮਨੁੱਖ ਦੀ ਵੋਟ ਤੇ ਇੱਕ ਬਹੁਤ ਹੀ ਜਿਹਨੂੰ ਆਪਾਂ ਸਮਾਜ ਦੇ ਵਿੱਚ ਕਹਿੰਦੇ ਆ ਕਿ ਉਹਦਾ ਯਾਰ ਕੋਈ ਗੱਲ ਹੀ ਨਹੀਂ ਹੈਗੀ, ਵੋਟ ਦੀ ਵੈਲਿਊ ਤਾਂ ਬਰਾਬਰ ਹੀ ਹੈ ਨਾ। ਇਸ ਕਰਕੇ ਵੋਟ ਰਾਜਨੀਤੀ ਦੇ ਵਿੱਚ ਕਦੇ ਵੀ ਕੋਈ ਬੰਦਾ ਇਨਕਾਰ ਨਹੀਂ ਕਰ ਸਕਦਾ ਕਿ ਮੈਨੂੰ ਆਹ ਬੰਦਾ ਵੋਟ ਪਾਵੇ ਤਾਂ ਜੀ ਬੜਾ ਆਚਾਰੀ ਹੈ ਜੀ। ਪਰ ਸਵਾਲ ਉੱਥੇ ਖੜਾ ਹੁੰਦਾ ਹੈ ਪੀਰ ਮੁਹੰਮਦ ਜੀ, ਜਦੋਂ ਬੰਦਾ ਕਿਸੇ ਸਮੂਹ ਨਾਲ, ਕਿਸੇ ਇਕਾਈ ਨਾਲ, ਕਿਸੇ ਡੇਰੇ, ਕਿਸੇ ਗਰੁੱਪ ਨਾਲ ਜੁੜਿਆ ਹੋਇਆ ਹੁੰਦਾ,
ਉੱਥੋਂ ਜਾਰੀ ਹੋਏ ਕਿਸੇ ਵੀ ਆਦੇਸ਼ ਦੇ ਤਹਿਤ ਵੋਟ ਪਾਉਂਦਾ, ਫਿਰ ਉਹਦੇ ਅਧਿਕਾਰ ਦਾ ਮੈਂ ਸਵਾਲ ਸ਼ੁਰੂ 'ਚ ਹੀ ਕੀਤਾ ਸੀ ਟੀਨਾ ਜੀ ਨੂੰ ਕਿ ਘਾਣ ਹੁੰਦਾ ਜਾਂ ਨਹੀਂ ਹੁੰਦਾ, ਤੇ ਡੈਫੀਨੇਟਲੀ ਉਹਦਾ ਘਾਣ ਉੱਥੋਂ ਹੁੰਦਾ ਹੀ ਹੁੰਦਾ। ਤੇ ਮੈਂ ਇੱਥੇ ਪਾਸੀ ਸਾਹਿਬ ਨੂੰ ਪੁੱਛਣਾ ਚਾਹੁੰਦਾ, ਪਾਸੀ ਸਾਹਿਬ ਮੁੜ ਘੁੜ ਕੇ ਗੱਲ ਆਮ ਆਦਮੀ ਪਾਰਟੀ ਤੇ ਆ ਰਹੀ ਹੈ। ਮੈਂ ਨਹੀਂ ਚਾਹੁੰਦਾ ਕਿ ਅਸੀਂ ਪਾਰਟੀਕੁਲਰ ਕਿਸੇ ਪਾਰਟੀ ਦੀ ਗੱਲ ਕਰੀਏ, ਮੈਂ ਕਹਿ ਰਿਹਾ ਕਿ ਅਸੀਂ ਅੱਜ ਆਪਣੇ ਆਪ ਨੂੰ ਹੀ ਐਨਾਲਾਈਜ਼ ਕਰੀਏ ਇਸ ਵਿਸ਼ੇ ਦੇ ਉੱਤੇ, ਕਿਉਂਕਿ ਹੁਣ ਉਸ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਮੁਲਕ ਦੀਆਂ ਆਮ ਲੋਕ ਸਭਾ ਚੋਣਾਂ ਆ ਜਾਣੀਆਂ ਨੇ। ਚੋਣਾਂ ਦੇ ਅੰਦਰ ਜਿੱਥੇ ਨਸ਼ਾ ਭਾਰੂ ਰਹਿੰਦਾ, ਪੈਸਾ ਭਾਰੂ ਰਹਿੰਦਾ, ਇਲੈਕਸ਼ਨ ਕਮਿਸ਼ਨ ਵੀ ਕਹਿੰਦਾ ਕਿ ਨਹੀਂ ਹੋਣਾ ਚਾਹੀਦਾ, ਸਾਡਾ ਸੰਵਿਧਾਨ ਵੀ ਕਹਿੰਦਾ ਨਹੀਂ ਹੋਣਾ ਚਾਹੀਦਾ, ਸਾਰੇ ਪੋਲੀਟੀਸ਼ੀਅਨ ਵੀ ਕਹਿੰਦੇ ਆ, ਸਾਰੀਆਂ ਪਾਰਟੀਆਂ ਵੀ ਕਹਿੰਦੀਆਂ ਨੇ, ਪਰ ਪਿੱਛੇ ਕੋਈ ਨਹੀਂ ਰਹਿੰਦਾ। ਅਜਿਹੀ ਕੀ ਮਜਬੂਰੀ ਹੁੰਦੀ ਹੈ ਬਾਅਦ ਦੇ ਵਿੱਚੋਂ ਅਸੀਂ ਸਾਰੇ ਨਸ਼ੇ ਨੂੰ ਭੰਡਦੇ ਹਾਂ ਤੇ ਚੋਣਾਂ 'ਚ ਨਸ਼ੇ ਨੂੰ ਵਰਤਦੇ ਹਾਂ? ਦੇਖੋ ਧਾਲੀਵਾਲ ਸਾਹਿਬ, ਮੈਂ ਸ਼ੁਰੂਆਤ ਇਹੀ ਕੀਤੀ ਸੀ ਕਿ ਮੈਂ ਰਾਜਨੀਤੀ ਜਾਂ ਚੋਣਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ, ਪਰ ਚਲੋ ਮੇਰੇ ਪੈਨਲਿਸਟ ਕੋ ਪੈਨਲਿਸਟ ਚਾਹੁੰਦੇ ਆ ਕਿ ਇਹ ਰਾਜਨੀਤੀ ਦੀ ਗੱਲ ਕਰਨ ਤਾਂ ਕਰਨ, ਮੈਂ ਫਿਰ ਵੀ ਉਸੇ ਤੇ ਰਹੂੰਗਾ ਕਿਉਂਕਿ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਔਰ ਅਸੀਂ ਆਪਣੇ ਡਿਸਪਲਿਨ ਦੇ ਵਿੱਚ ਰਹਿਣਾ। ਪਹਿਲੀ ਚੀਜ਼। ਦੂਸਰੀ ਚੀਜ਼, ਆਮ ਆਦਮੀ ਪਾਰਟੀ 2013 ਦੇ ਵਿੱਚ ਐਗਜ਼ਿਸਟੈਂਸ 'ਚ ਆਈ ਹੈ। ਉਸ ਤੋਂ ਪਹਿਲਾਂ ਇਹ ਸਾਰਾ ਸਿਸਟਮ ਲਗਾਤਾਰ ਚੱਲਿਆ ਆ ਰਿਹਾ। ਉਹਦੇ ਵਿੱਚ ਕਾਂਗਰਸ ਧਰਮ ਨਿਰਪੱਖ ਹੋਣ ਦੀ ਗੱਲ ਕਰਦੀ ਸੀ, ਪਰ ਉਹ ਵੀ ਕਿਤੇ ਨਾ ਕਿਤੇ ਧਰਮ ਔਰ ਜਾਤ ਦੀ ਰਾਜਨੀਤੀ ਕਰਕੇ ਉੱਥੇ ਜਿੱਦਾਂ ਟਿਕਟਸ ਦੇਣੀਆਂ ਜਾਂ ਕੁਝ ਵੀ ਹੈ ਉਹ ਖੇਲਦੇ ਰਹੇ ਆ। ਬੀਜੇਪੀ ਨੇ ਹਮੇਸ਼ਾ ਹੀ ਪੋਲਰਾਈਜੇਸ਼ਨ ਦੀ ਗੱਲ ਕੀਤੀ ਹੈ, ਉਹ ਅੱਜ ਵੀ ਪੋਲਰਾਈਜੇਸ਼ਨ ਦੀ ਗੱਲ ਕਰ ਰਹੀ ਹੈ। ਅਕਾਲੀ ਦਲ ਵੀ ਹਮੇਸ਼ਾ ਹੀ ਧਰਮ ਦੀ ਰਾਜਨੀਤੀ ਦੇ ਵਿੱਚ ਸ਼ਾਮਿਲ ਕਰਕੇ ਇੱਕ ਖਾਸ ਤਰ੍ਹਾਂ ਦੀ ਰਾਜਨੀਤੀ ਕਰਦਾ ਰਿਹਾ, ਜਿਹਦਾ ਮੈਂ ਸਪਸ਼ਟ ਕਹਿ ਰਿਹਾ ਕਿ ਉਹਦੇ ਨਾਲ ਆਮ ਜਿਹੜਾ ਹੈ ਰਾਜਨੀਤੀ ਦੇ ਵਿੱਚ ਜਿਹੜੀ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀ ਉਹਨਾਂ ਨੂੰ ਪ੍ਰਭਾਵ ਪਿਆ, ਨੁਕਸਾਨ ਹੋਇਆ। ਆਮ ਆਦਮੀ ਪਾਰਟੀ ਕਲੀਅਰ ਸੈਕੂਲਰਿਜ਼ਮ ਦੀ ਗੱਲ ਕਰਦੀ ਹੈ। ਜਿੱਦਾਂ ਦੀਵਾਨ ਅਰੋੜਾ ਜੀ ਨੇ ਇੱਕ ਮਦਰਸਿਆਂ ਦੀ ਗੱਲ ਕੀਤੀ ਹੈ, ਤਾਂ ਮੈਂ ਇਹਨਾਂ ਨੂੰ ਦੱਸਦਾ ਕਿ ਭਾਰਤੀ ਸੰਵਿਧਾਨ ਦੇ ਵਿੱਚ ਅਲਪ ਸੰਖਿਅਕਾਂ ਨੂੰ ਸਪੈਸ਼ਲ ਅਧਿਕਾਰ ਦਿੱਤੇ ਗਏ ਹਨ ਔਰ ਆਮ ਆਦਮੀ ਪਾਰਟੀ ਨੇ ਕੋਈ ਵੀ ਡਿਸੀਜਨ ਅਜਿਹਾ ਜਿਹਾ ਨਹੀਂ ਲਿੱਤਾ ਜੋ ਸੰਵਿਧਾਨ ਦੇ ਖਿਲਾਫ ਹੋਵੇ, ਕਿਉਂਕਿ ਅਗਰ 1% ਵੀ ਕੋਈ ਇਦਾਂ ਦੀ ਗੱਲ ਹੁੰਦੀ ਨਾ ਧਾਲੀਵਾਲ ਸਾਹਿਬ, ਹੁਣ ਤੱਕ ਕਦੋਂ ਦਾ ਕੇਂਦਰ ਸਰਕਾਰ ਨੇ ਜਾਂ ਬੀਜੇਪੀ ਨੇ ਸੁਪਰੀਮ ਕੋਰਟ 'ਚ ਜਾ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਡਿਸੀਜਨ ਲੈ ਲੈਣਾ ਸੀਗਾ। ਉਹਨਾਂ ਨੂੰ ਵੀ ਪਤਾ ਹੈ ਕਿ ਜੋ ਸੰਵਿਧਾਨ ਦੇ ਵਿੱਚ ਔਰ ਕਲਪ ਸੰਖਿਅਕਾਂ ਦੀ ਜੇ ਲਈ ਜੋ ਬਿਹਤਰੀ ਦੇ ਲਈ ਕੁਝ ਪ੍ਰੋਵੀਜ਼ਨਸ ਹੈ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਦੇਖਦੇ ਹੋਏ ਹੀ ਉਹ ਹੈ। ਲੇਕਿਨ ਕਦੇ ਵੀ ਆਮ ਆਦਮੀ ਪਾਰਟੀ ਨੇ ਇੱਕ ਖਾਸ ਧਰਮ ਦੀ ਗੱਲ ਕਰਕੇ ਕਦੇ ਵੀ ਪੋਲਰਾਈਜੇਸ਼ਨ ਨਹੀਂ ਕੀਤੀ, ਜੋ ਬੇਸਿਕ ਨੇਚਰ ਰਹੀ ਹੈ ਬੀਜੇਪੀ ਔਰ ਅਕਾਲੀ ਦਲ ਦੀ। ਚੌਥੀ ਚੀਜ਼ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਦੇਖੋ ਜਿਹੜੇ ਡੇਰੇ ਪਿਓਰ ਧਾਰਮਿਕ ਔਰ ਅਧਿਆਤਮਿਕ ਰੂਪ 'ਚ ਕੰਮ ਕਰਦੇ ਆ ਉਹਨਾਂ ਦੇ ਵਿੱਚੋਂ ਕਦੇ ਇੰਸਟਰਕਸ਼ਨਸ ਸ਼ਾਇਦ ਨਾ ਹੀ ਆਉਣ, ਪਰ ਪਿਛਲੇ ਸਮਿਆਂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਐਗਜ਼ਿਸਟੈਂਸ ਵਿੱਚ ਨਹੀਂ ਸੀ, ਰਾਜਨੀਤਿਕ ਪਾਰਟੀਆਂ ਡੇਰਿਆਂ ਤੋਂ ਆਪਣੇ ਹੱਕ ਦੇ ਵਿੱਚ ਅੰਦਰੂਨੀ ਫਤਵੇ ਲੈਂਦੀਆਂ ਰਹੀਆਂ, ਅੰਦਰੂਨੀ ਲੈਟਰਸ ਵੀ ਨਿਕਲਦੀਆਂ ਰਹੀਆਂ। ਪਰ ਮੈਂ ਫਿਰ ਵੀ ਉਹੀ ਕਹੂੰਗਾ ਕਿ ਡੇਰਾ ਦੇ ਵਿੱਚ ਅਗਰ ਕੋਈ ਜਾਂਦਾ ਉਹਦਾ ਨਿੱਜੀ ਮਸਲਾ ਹੈ, ਉਹਦੇ ਉੱਤੇ ਅਸੀਂ ਕਿੰਤੂ ਪ੍ਰੰਤੂ ਨਹੀਂ ਕਰਦੇ। ਕਹਿਣਾ ਚਾਹ ਰਹੇ ਸ਼ਾਇਦ ਤੁਹਾਡੀ ਗੱਲ ਦੇ ਉੱਤੇ ਕੁਝ ਕਹਿਣਾ ਚਾਹ, ਇੱਕ ਮਿੰਟ ਬਸ ਕੰਪਲੀਟ ਕਰ ਲਾਂ। ਪਰ ਮੈਂ ਇਹ ਵੀ ਕਹੂੰਗਾ ਕਿ ਰਾਜਨੀਤੀ ਦੇ ਵਿੱਚ ਧਰਮ ਨੂੰ ਲਿਆ ਕੇ ਆਪਾਂ ਕਿਤੇ ਨਾ ਕਿਤੇ ਜੋ ਪਿਓਰ ਰਾਜਨੀਤਿਕ ਮੰਤਵ ਹਾਸਲ ਕਰਨੇ ਹੁੰਦੇ ਆ ਉਹਨਾਂ ਤੇ ਇਫੈਕਟ ਕਰ ਦਿੰਦੇ ਆ, ਕਿਉਂਕਿ ਦੇਖੋ ਨਾ ਹਿੰਦੂ बुरा है, ना मुसलमान बुरा है, ना सिख बुरा है, ना ईसाई बुरा है। इन कट्टर राजनीतिक नेताओं के दिमाग में बैठा कसाई बुरा है, ਜਿਹੜੇ ਧਰਮ ਦੀ ਰਾਜਨੀਤੀ ਕੱਟੜਵਾਦ ਫੈਲਾ ਕੇ ਆਪਣੇ ਆਪ ਨੂੰ ਉੱਪਰ ਲਿਆਉਣਾ ਚਾਹੁੰਦੇ ਆ। ਔਰ ਆਮ ਆਦਮੀ ਪਾਰਟੀ ਕਿਸੇ ਵੀ ਇਸ ਤਰ੍ਹਾਂ ਦੀ ਰਾਜਨੀਤੀ ਦੀ ਤਾਈਦ ਨਹੀਂ ਕਰਦੀ, ਉਹਦੇ ਨਾਲ ਨਹੀਂ ਤੁਰਦੀ ਔਰ ਉਸ ਨੂੰ ਕਰਨਾ ਨਹੀਂ ਚਾਹੁੰਦੀ। ਅਸੀਂ ਤਾਂ ਸਾਰੀ ਪਾਰਟੀਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਦੋਂ ਵੀ ਰਾਜਨੀਤੀ ਗੱਲ ਹੋਵੇ ਤਾਂ ਆਉਣਾ। ਮੈਂ ਟੀਨਾ ਜੀ ਆਉਣਾ, ਮੈਂ ਅਰੋੜਾ ਸਾਹਿਬ ਦਾ ਇੱਕ ਵਾਰੀ ਲੈ ਲਾਂ ਪੁਆਇੰਟ, ਉਹ ਕੁਝ ਕਹਿਣਾ ਚਾਹੁੰਦੇ ਆ। ਹਾਂਜੀ ਅਰੋੜਾ ਸਾਹਿਬ, ਮੈਂ ਆਉਣਾ ਤੁਹਾਡੇ ਕੋਲ। ਦੇਖੋ ਇਹ ਹੈ ਕਿ ਪਾਸੀ ਜੀ ਦੇ ਅੰਦਰ ਨਾ ਅਰਵਿੰਦ ਕੇਜਰੀਵਾਲ ਦਾ ਭੂਤ ਵੜ ਗਿਆ ਲੱਗਦਾ, ਜਿਹੜਾ ਕਿ ਲੱਛੇਦਾਰ ਗੱਲਾਂ ਕਰਕੇ ਇਹ ਆਪਣੇ ਆਪ ਨੂੰ ਇੱਕ ਸੈਕੂਲਰਿਜ਼ਮ ਦਾ ਜਿਹੜਾ ਉਹ ਬਾਣਾ ਪਹਿਨਾ ਰਿਹਾ। ਇਹਨਾਂ ਨੂੰ ਪੁੱਛੋ ਕਿ ਗੁਜਰਾਤ ਚੁਣਾਵ ਤੋਂ ਪਹਿਲੇ ਲక్ష్ਮੀ ਔਰ ਗਣੇਸ਼ ਦੀਆਂ ਕਰੰਸੀ ਤੇ ਫੋਟੋਆਂ ਲਾਉਣ ਦੀ ਗੱਲ ਕਿਹਨੇ ਕਹੀ ਸੀ? ਦਿੱਲੀ ਚੁਣਾਵ ਤੋਂ ਪਹਿਲੇ ਨੈਸ਼ਨਲ ਚੈਨਲ ਤੇ ਹਨੂਮਾਨ ਚਾਲੀਸਾ ਕਿਹਨੇ ਪੜਿਆ ਸੀ? ਇਹਨਾਂ ਨੂੰ ਪੁੱਛੋ ਪਾਸੀ ਸਾਹਿਬ ਨੂੰ, ਇਹ ਕਹਿੰਦੇ ਅਸੀਂ ਬੜੇ ਵੱਡੇ ਸੈਕੂਲਰ ਆ। ਸੋ ਆਪਣੇ ਮਹਾਰਾਜ ਮੰਜੀ ਥੱਲੇ ਡੰਗੋਰੀ ਮਾਰੋ, ਸੋਟੀ ਮਾਰੋ। ਇਹ ਚੈਨਲਾਂ ਤੇ ਆ ਕੇ ਜਿਹੜੇ ਤੁਸੀਂ ਵੱਡੇ ਵੱਡੇ ਭਾਸ਼ਣ ਦਿੰਦੇ ਹੋ ਨਾ, ਜਵਾਬ ਦਿਓ। ਤੁਹਾਡਾ ਸੈਕੂਲਰਿਜ਼ਮ ਜਿਹੜਾ ਪੂਰੀ ਦੁਨੀਆ ਜਾਣ ਚੁੱਕੀ ਹੈ। ਨਹੀਂ ਜਵਾਬ ਲੈ ਲਓ ਫਿਰ। ਅਰੋੜਾ ਸਾਹਿਬ ਜਵਾਬ ਲੈ ਲਓ। ਹੁਣ ਅਰੋੜਾ ਸਾਹਿਬ ਜਵਾਬ ਲੈ ਲਓ। ਤੁਸੀਂ ਆ ਜਿਹੜੀ ਇਹ ਇਦਾਂ ਦੀਆਂ ਗੱਲਾਂ ਕਰਕੇ ਨਾ ਦੂਜੇ ਬੰਦੇ ਨੂੰ ਡੋਮੀਨੇਟ ਨਹੀਂ ਕਰ ਸਕਦੇ। ਅਗਰ ਕੇਜਰੀਵਾਲ ਜੀ ਦਾ ਭੂਤ ਨਹੀਂ, ਮੈਂ ਤਾਂ ਕਹਿੰਦਾ ਕੇਜਰੀਵਾਲ ਜੀ ਵਰਗੇ ਗੁਣ ਸਾਡੇ ਸਾਰਿਆਂ 'ਚ ਆ ਜਾਣ
ਤਾਂ ਹਿੰਦੁਸਤਾਨ ਦੇ ਵਿੱਚ ਬਹੁਤ ਬਿਹਤਰੀ ਹੋ ਜੇ ਅਗਰ ਕੇਜਰੀਵਾਲ ਜੀ ਵਰਗੇ ਗੁਣ ਸਾਰਿਆਂ ਚ ਆ ਜਾਣ। ਅਰੋੜਾ ਸਾਹਿਬ ਸੁਣ ਲਓ ਸਾਨੂੰ ਬੰਗਾਰੂ ਡਿਸਟਰਬ ਨਾ ਕਰੋ। ਅਮਿਤ ਉਹ 44 ਕਰੋੜ ਦਾ ਹੋਰ ਬੋਲੋ ਹੋਰ ਬੋਲੋ करो इंटरप्शन करो। अरोड़ा साहब सुनन दी हिम्मत रखो, हिम्मत लो जी। इन्हां दा किरदार है, इन्हां दी सोच है। 45 करोड़ प्रधानमंत्री आवास ते 572 करोड़ रुपया की है। फिर तुसी मैनू एक चीज दसो, यूपी चीफ मिनिस्टर दे हाउस ते 672 करोड़ रुपया की है। फिर और तुसी दूसरी सुनो, अरोड़ा साहब इस ते भी डिबेट रख लियो। इस ते थोनू मैं बेनती कर रहा, थोड़ी तरह मैं अरोड़ा साहब थोनू मैं बेनती कर रहा, सुन लो अरोड़ा साहब इस मुद्दे ते डिबेट रख लो। थोड़े तो हुणे अरोड़ा साहब इस मुद्दे पे डिबेट रख लो। मैं स्पष्ट कह रहा आ जाओ इस मुद्दे पे डिबेट। और सर एही जी गलत भाषा थोड़े वर्गे कट्टरवादी लीडर बोल सकते हैं, असी जुत्ती दे बराबर। तुसी दिल्ली दी जनता दा अपमान कर रहे हो, तुसी दिल्ली दी जनता दा अपमान कर रहे हो जिन्हां ने केजरीवाल जी नूं तीजी बार मुख्यमंत्री चुनिया, क्योंकि थोड़े कोल यही कुछ है। तुसी पोलराइजेशन दी पॉलिटिक्स करदे हो, तुसी जनता दी दिल्ली दी जनता दा अपमान कर रहे हो। आज मैं दीवान अमित अरोड़ा, चलो मैं चाहना मैं इन्हां दी लैंग्वेज ते एतराज है धालीवाल साहब जी। मैनू इन्हां दी लैंग्वेज ते एतराज है। इन्हां नूं यही नहीं पता, मिस्टर दीवान अरोड़ा नूं यह नहीं पता कि डिबेट दे विच भाषा किद्दां दी होनी चाहिदी है। भूत जुत्ती तुहाडा यही किरदार है। तुसी क्या गल्लां कर रहे हो? मैं तुहानूं कह रहा, मैं प्रधानमंत्री जी वर्ड यूज करदा, तुसी हर टाइम थोड़ी जिहड़ी भाषा अभद्र भाषा तुसी हिंदुस्तान नूं किस रूप च ले जाना चाह रहे हो। बिल्कुल मैं साफ कह रहा कि तुसी पोलराइजेशन दी पॉलिटिक्स करदे हो और जदों इस ते अटैक होंदा तुसी तड़फदे हो। मैं टीना जी कोल जाना चाहूँगा, ਉਹ ਆਪਣਾ ਪੱਖ ਕੋਈ ਰੱਖਣਾ ਚਾਹੁੰਦੇ, ਪਰ ਮੇਰਾ ਇੱਕ ਸਵਾਲ ਲੈ ਲਿਓ। ਅਸੀਂ ਇਸੇ ਵਿਸ਼ੇ ਦੇ ਉੱਤੇ ਚਰਚਾ ਕੀਤੀ ਸੀ ਕਿ ਅਜਿਹੀ ਜਾਤੀ ਸੂਚਕ ਸ਼ਬਦਾਂ ਦੀ, ਮਾੜੇ ਸ਼ਬਦਾਂ ਦੀ, ਪੈਸੇ ਦੀ, ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪਰ ਜਦੋਂ ਅਸੀਂ ਅਜਿਹੀ ਰਾਜਨੀਤੀ ਦੇ ਉੱਤੇ ਡਿਬੇਟ ਕਰ ਰਹੇ ਹਾਂ ਤੇ ਮੁੜ ਤੋਂ ਫਿਰ ਅਸੀਂ ਉਹੀ ਚੀਜ਼ਾਂ ਵੱਲ ਵਧ ਰਹੇ ਹਾਂ। बिल्कुल मैं देखो नवजोत जी, मैं एक गल कहना चाहांगी कि पासी साहब इत्थे कहना बंद कर देन कि साडी इन्हां दी आम आदमी पार्टी या साडी पार्टी बार-बार कहंदे हुए नजर आ अपने इन्हां चीज़ां दे उत्ते, धार्मिक चीज़ां दे उत्ते या कट्टड़ केस आया सीगा कि इत्थे जदों इलैक्शन चल रहे सीगे, तुसी एक नैशनल चैनल दी एक पत्रकार नूं भावना जी नूं ਉੱਥੇ ਤੁਸੀਂ ਤੁਹਾਡੀ ਪਾਰਟੀ ਨੂੰ ਇਸ ਦਾ ਨਾਮ ਉਸਨੂੰ ਅਰੈਸਟ ਕੀਤਾ ਔਰ ਸਿਰਫ ਇੱਕ ਸਵਾਲ ਪੁੱਛਿਆ ਸੀਗਾ ਅਰਵਿੰਦ ਕੇਜਰੀਵਾਲ ਜੀ ਤੇ 45 ਕਰੋੜ ਨੂੰ ਲੈ ਕੇ ਕਿ ਕਿਸ ਤਰੀਕੇ ਨਾਲ ਤੁਸੀਂ ਉੱਥੇ ਖਰਚਾ ਕੀਤਾ। ਉਹੀ ਲੜਕੀ ਨੇ ਜਦੋਂ ਉੱਥੇ ਸਵਾਲ ਕਰਨਾ ਚਾਹਿਆ ਪੰਜਾਬ ਦੇ ਵਿੱਚ ਆ ਕੇ ਤੇ ਤੁਸੀਂ ਉਹਨੂੰ ਅਰੈਸਟ ਕਰ ਲਿਆ ਔਰ ਇਹ ਕਹਿ ਕੇ ਅਰੈਸਟ ਕੀਤਾ ਲੜਕੀ ਨੇ ਅਨੁਸੂਚਿਤ ਜਾਤੀ ਨੂੰ ਮੰਦੇ ਸ਼ਬਦ ਜਿਹੜੇ ਉਹਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, which is totally मतलब कि accept ਕਰਨ ਚ ਨਹੀਂ ਆਉਂਦੀ ਇਹ ਚੀਜ਼। ਅਨਬਲੀਵੇਬਲ ਚੀਜ਼ ਜਿਹੜੀ ਪੱਤਰਕਾਰ ਜਿਹੜੀ ਸੀਗੀ ਉਹ ਲੜਕੀ ਗੱਡੀ ਦੇ ਵਿੱਚ ਪਿੱਛੇ ਬੈਠੀ ਹੈ ਔਰ ਜਾਤੀਵਾਦ ਨੂੰ ਯੂਜ਼ ਝੂਠਾ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਦੇ ਤੇ ਹਾਈ ਕੋਰਟ ਤੋਂ ਉਹਨੂੰ ਬੇਲ ਵੀ ਮਿਲ ਚੁੱਕੀ ਹੈ। ਪੀਰ ਮੁਹੰਮਦ ਜੀ, ਸਵਾਲ ਇਹ ਆ ਕਿ ਅਸੀਂ ਜੀ ਰਾਜਨੀਤੀ ਤੋਂ ਦੂਰ ਜਾਣ ਦੀ, ਜਿਹੜੀਆਂ ਚੀਜ਼ਾਂ ਨੂੰ ਰਾਜਨੀਤੀ ਤੋਂ ਪਾਸੇ ਰੱਖਣ ਦੀ ਗੱਲ ਕਰ ਰਹੇ ਹਾਂ, ਮਾੜੀ ਗੱਲ ਇਹ ਆ, ਮੰਦਭਾਗੀ ਗੱਲ ਇਹ ਹੈ ਕਿ ਮੁੜ ਤੋਂ ਅਸੀਂ ਡਿਬੇਟ ਦੇ ਵਿੱਚ ਉਹਨਾਂ ਚੀਜ਼ਾਂ ਵੱਲ ਵਧਦੇ ਹੋਏ ਨਜ਼ਰ ਆ ਰਹੇ ਹਾਂ। ਗੱਲ ਇਹ ਹੈ ਕਿ ਜੋ KM ਜੋਸਫ ਤੇ ਨਾਗਾ ਰਤਨਾ ਹੋਰਾਂ ਦੀ ਬੈਂਚ ਨੇ ਕਿਹਾ ਹੈ ਕਿ ਜਦੋਂ ਤੱਕ ਰਾਜਨੀਤੀ ਤੋਂ ਧਰਮ ਨੂੰ ਪਾਸੇ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੇਟ ਸਪੀਚ ਬੰਦ ਨਹੀਂ ਹੁੰਦੀ। ਕੀ ਮੰਨਣਾ ਸ਼੍ਰੋਮਣੀ ਅਕਾਲੀ ਦਲ ਦਾ? ਦੇਖੋ, ਜਿਹੜੀ ਆਪਾਂ ਧਰਮ ਦੀ ਗੱਲ ਕਰਦੇ ਆ ਤੇ ਹਰ ਮਨੁੱਖ ਜਿਹੜਾ ਹੈ ਉਹ ਉਹਦੇ ਲਈ ਧਰਮ ਬੜਾ ਜ਼ਰੂਰੀ ਹੈ। ਧਾਲੀਵਾਲ ਸਾਹਿਬ ਇੱਕ ਗੱਲ ਨੂੰ ਸਮਝਣ ਦਾ ਯਤਨ ਕਰੀਏ, ਇਹ ਗੱਲਾਂ ਕਹਿਣ ਦੀਆਂ ਨੇ, ਮੈਂ ਅੱਗੇ ਵੀ ਦੁਬਾਰਾ ਫਿਰ ਰਿਪੀਟ ਕਰਨੀ ਚਾਹੁੰਦਾ। ਆ ਰਹੀ ਆਵਾਜ਼ ਜੀ ਮੇਰੀ? ਜੀ ਆ ਰਹੀ ਹੈ ਜੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਦੁਬਾਰਾ ਉਸ ਗੱਲ ਨੂੰ ਰੈਪੀਟੇਸ਼ਨ ਕਰ ਰਿਹਾ ਕਿ ਦੇਖੋ, ਹਰ ਬੰਦਾ ਜਿਹੜਾ ਉਹ ਆਪਣੇ ਧਰਮ ਨਾਲ ਜੁੜਿਆ ਹੋਇਆ ਹੈ। ਇਹ ਜਿਹੜੇ, ਮੈਂ ਤਾਂ ਵੇਖੋ ਕਾਂਗਰਸ ਦੀ ਗੱਲ ਕਰ ਲਓ, BJP ਦੀ ਕਰ ਲਓ, ਸ਼੍ਰੋਮਣੀ ਅਕਾਲੀ ਦਲ ਦੀ ਕਰ ਲਓ, ਸਾਨੂੰ ਤਾਂ ਪਾਸੇ ਰੱਖ ਦਿਓ। ਅਸੀਂ ਗੱਲ ਕਰਦੇ ਹਾਂ ਪਾਸੀ ਸਾਹਿਬ ਦੀ ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ। ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇੱਕ ਵੱਖਰੀ ਕਿਸਾਨ ਆ,
ਅਸੀਂ ਹੁਣ ਦੁਨੀਆ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਰਾਜਨੀਤੀ ਸੈਟਅਪ ਕਰਾਂਗੇ, ਲੋਕਾਂ ਦਾ ਮਾਈਂਡ ਸੈਟਅਪ ਸੈੱਟ ਕਰਾਂਗੇ। ਲੇਕਿਨ ਇਹ ਤਾਂ ਸਾਡੇ ਸਾਰਿਆਂ ਤੋਂ ਗਏ ਗੁਜਰੇ ਨੇ। ਮਤਲਬ ਕਿ ਸਾਡੇ ਵਿੱਚ ਤਾਂ ਜੋ ਕੁਝ ਹੈਗਾ ਸੀ ਕਹਿ ਕੇ ਕਰਦੇ ਆ ਕਿ ਦੇਖੋ ਅਸੀਂ ਧਰਮ ਤੇ ਰਾਜਨੀਤੀ ਨੂੰ ਕਦੀ ਅਲੱਗ ਨਹੀਂ ਕਰ ਸਕਦੇ। ਸਿੱਖ ਕੌਮ ਦੇ ਵਿੱਚ ਧਰਮ ਤੇ ਰਾਜਨੀਤੀ ਬਾਅਦ ਦੇ ਵਿੱਚ ਵੱਖਰੀ ਗੱਲ ਏ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲ ਵੀ ਗਲਤੀਆਂ ਹੋਈਆਂ ਨੇ। ਅਸੀਂ ਰਾਜਨੀਤੀ ਨੂੰ ਪਹਿਲਾਂ ਰੱਖ ਲਿਆ, ਧਰਮ ਨੂੰ ਪਿੱਛੇ ਕਰ ਦਿੱਤਾ, ਜਿਸ ਕਰਕੇ ਸਾਨੂੰ ਬਹੁਤ ਵੱਡਾ ਉਸ ਦੀ ਸਜ਼ਾ ਵੀ ਸਾਨੂੰ ਮਿਲੀ। ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ ਬੀਜੇਪੀ ਦੀ ਅੱਜ ਕਿਉਂ ਅਸੀਂ ਆਲੋਚਨਾ ਕਰਦੇ ਆ ਕਿ ਹੋਰ ਕੋਈ ਪ੍ਰੋਬਲਮ ਨਹੀਂ, ਸਾਡੇ ਨਾਲ ਹੀ ਰਹੇ ਨੇ। ਅਸੀਂ ਇਹ ਗੱਲ ਕਹਿੰਦੇ ਆ ਕਿ ਪੋਲਰਾਈਜ਼ ਜਿਹੜਾ ਕਰਨ ਦਾ ਤਰੀਕਾ ਤੁਹਾਡਾ ਹੈ ਕਿ ਤੁਸੀਂ ਇਸ ਦੇਸ਼ ਦੇ ਅੰਦਰ ਦੂਸਰੀਆਂ ਕੌਮਾਂ ਨੂੰ ਕੀੜੇ ਮਕੌੜੇ ਸਮਝਦੇ ਹੋ, ਉਹ ਨਾ ਕਰੋ। ਸਿੱਖ ਕੌਮ ਗਿਣਤੀ ਦੇ ਵਿੱਚ ਥੋੜੀ ਏ, ਲੇਕਿਨ ਜਿਵੇਂ ਹੀਰਾ ਹੁੰਦਾ ਨਾ, ਹੀਰੇ ਦੀ ਇੱਕ ਵੱਖਰੀ ਪਹਿਚਾਣ ਹੁੰਦੀ ਏ। ਖਾਲਸਾ ਪੰਥ ਦੀ ਸਿਰਜਣਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਉਸ ਹੀਰੇ ਵਾਂਗ ਤਰਾਸ਼ਿਆ ਹੈ ਤੇ ਅਸੀਂ ਕੋਸ਼ਿਸ਼ ਕਰਦੇ। ਮੈਂ ਤਾਂ ਸਾਰਿਆਂ ਨੂੰ ਗੱਲ ਕਹਿਣਾ, ਇਹ ਕੜੱਤਨ ਦੀ ਰਾਜਨੀਤੀ, ਫਿਰਕੂ ਰਾਜਨੀਤੀ ਔਰ ਜਿਸ ਦੇ ਨਾਲ ਮਨੁੱਖਤਾ ਦਾ ਘਾਣ ਹੁੰਦਾ ਹੋਵੇ, ਉਹ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਹਦੇ ਤੋਂ ਸਬਕ ਸਿੱਖਣਾ ਚਾਹੀਦਾ। ਜੇ ਅਸੀਂ ਉਹ ਸਾਰੀਆਂ ਗੱਲਾਂ ਆਪਣੇ ਵਿੱਚ ਠੀਕ ਕਰਾਂਗੇ ਤੇ ਸਮਾਜ ਦੇ ਵਿੱਚ ਆਪੇ ਸੁਧਾਰ ਆਵੇਗਾ। ਪਰ ਆਮ ਆਦਮੀ ਪਾਰਟੀ ਨੇ ਜਿਹੜੀਆਂ ਗੱਲਾਂ ਕੀਤੀਆਂ ਬਿਲਕੁਲ ਉਹਦੇ ਵਿਪਰੀਤ ਚੱਲ ਰਹੇ ਆ। ਤੁਸੀਂ ਦੇਖੋ, ਤੁਸੀਂ ਜਦੋਂ 2013 ਦੀ ਪਾਸੀ ਸਾਹਿਬ ਗੱਲ ਕਰਦੇ ਆ, ਉਹ ਨੈਨੋ ਕਾਰ ਕਿੱਥੇ ਅੱਜ ਜੀ? ਉਹ ਕਿਤੇ ਨਜ਼ਰ ਆਈ ਏ? ਕਿੱਥੇ ਕੇਜਰੀਵਾਲ ਸਾਹਿਬ ਆਪਣੇ ਹੱਥ ਨਾਲ ਲਿਖ ਕੇ ਕਹਿੰਦੇ ਸੀ ਕਿ ਹਮ ਕਹਤੇ हैं कि 90 ਸੀਟੇ ਆਏਗੀ, 100 ਸੀਟੇ ਆਏਗੀ। ਹੁਣ ਇੱਕ ਸੀਟ ਦਾ ਵੀ ਇਹ ਵਿਜ਼ਨ ਨਹੀਂ ਦੇ ਸਕਦੇ। ਅੱਜ ਇੱਕ ਸੀਟ ਹੈ ਜਲੰਧਰ ਦੀ, ਅੱਜ ਕਿਉਂ ਨਹੀਂ ਇਹਨਾਂ ਨੇ ਲਿਖ ਕੇ ਕਿਹਾ? ਨਾ ਭਗਵੰਤ ਮਾਨ ਜੀ ਨੇ ਕਿਹਾ, ਨਾ ਕੇਜਰੀਵਾਲ ਜੀ ਨੇ ਕਿਹਾ। ਇਸ ਦਾ ਮਤਲਬ ਹੈ ਕਿ ਬਹੁਤ ਵੱਡਾ ਡਾਊਨਫਾਲ ਆ ਗਿਆ ਨਾ 12 ਮਹੀਨਿਆਂ ਦੇ ਵਿੱਚ। ਜਿਹੜੀਆਂ ਦੂਜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਉਹਨਾਂ ਦੇ ਵਿੱਚ ਗਿਰਾਵਟ ਆਉਂਦੀ ਤਾਂ ਬੜਾ ਸਮਾਂ ਲੱਗਾ ਨਾ। ਹਾਂਜੀ ਹਾਂ, ਟੀਨਾ ਜੀ ਕੁਝ ਕਹਿ ਰਹੇ, ਟੀਨਾ ਜੀ ਸੁਣ ਲੈਣ। ਬੀਜੇਪੀ ਵੀ ਮੰਨੇ, ਅਕਾਲੀ ਦਲ ਵੀ ਮੰਨੇ, ਲੇਕਿਨ ਜਿਨ੍ਹਾਂ ਦੇ ਵਿੱਚ ਇੰਨੀ ਵੱਡੀ ਗਿਰਾਵਟ ਆ ਗਈ ਸ਼ਾਇਦ ਮੇਰੀ ਆਵਾਜ਼ ਨਹੀਂ ਪਹੁੰਚ ਪਾ ਰਹੀ ਸੀਗੀ, ਮੈਂ ਉਹ ਗੱਲ ਅੱਗੇ ਰੱਖਣਾ ਚਾਹੁੰਦੀ ਹਾਂ ਜੀ। ਜਿਸ ਤਰ੍ਹਾਂ ਮੈਂ ਕਹਿ ਰਹੀ ਸੀਗੀ ਕਿ ਪਾਸੀ ਸਾਹਿਬ ਇਹ ਕਹਿਣਾ ਬੰਦ ਕਰ ਦੇਣ ਕਿ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਧਰਮ ਦੇ ਉੱਤੇ ਜਾਂ ਜਾਤੀਵਾਦ ਦੇ ਉੱਤੇ ਇਹ ਰਾਜਨੀਤੀ ਕਰਦੀ ਹੋਈ ਕਦੀ ਨਹੀਂ ਲੱਗੀ। ਰੀਸੈਂਟਲੀ ਇੱਕ ਕੇਸ ਦੇਖਿਆ ਸੀਗਾ, ਟਾਈਮਜ਼ ਨਾਓ ਨਵ ਭਾਰਤ ਦੀ ਇੱਕ ਪੱਤਰਕਾਰ ਭਾਵਨਾ ਜੀ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਪਰਚਾ ਦਰਜ ਕਰਵਾਇਆ, SC ST ਦਾ ਐਕਟ ਲਗਾਇਆ। ਕਿਆ ਇਹ ਭੁੱਲ ਗਏ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਪੱਤਰਕਾਰ ਨੂੰ ਇੰਨਾ ਹਰਾਸ ਕੀਤਾ? ਜਿਹੜੀ ਇੱਕ ਲੜਕੀ ਗੱਡੀ ਦੇ ਵਿੱਚ ਪਿੱਛੇ ਬੈਠ ਕੇ ਨਾ ਉਹ ਗੱਡੀ ਚਲਾ ਰਹੀ ਸੀਗੀ, ਉਹਦੇ ਤੇ ਇਲਜ਼ਾਮ ਲਗਾ ਦਿੱਤੇ ਕਿ ਇੱਕ ਨੋਇਡਾ ਤੋਂ ਆਈ ਲੜਕੀ ਨੂੰ, ਜਿਸ ਨੂੰ ਵੀ ਉਹਨੇ ਜਾਤੀ ਜਿਹੜੇ ਹੈਗੇ ਆ SC ST ਦੇ ਜਿਹੜੇ ਜਵਾਬ ਦੇਣਾ ਚਾਹ ਰਿਹਾ ਧਾਲੀਵਾਲ ਸਾਹਿਬ, ਇਹ ਰਿਪੀਟ ਹੋ ਰਿਹਾ ਦੁਬਾਰਾ। ਮੈਂ ਜਵਾਬ ਦੇਣਾ ਚਾਹ ਰਿਹਾ। ਨਹੀਂ ਨੀਨਾ ਜੀ ਪਲੀਜ਼ ਮੇਰਾ ਜਵਾਬ ਸੁਣ ਲਓ, ਇਹ ਹੋ ਲਿਆ ਪਹਿਲਾਂ, ਇਹ ਤੁਹਾਡਾ ਕੁਐਸਚਨ ਆ ਲਿਆ। ਇੰਟਰਪਸ਼ਨ ਨਹੀਂ ਕਰਨੀ। ਨਹੀਂ ਮੈਂ ਤੁਹਾਨੂੰ ਇਹ ਦੱਸ ਰਿਹਾ, ਜਵਾਬ ਸੁਣ ਲਓ ਮੇਰਾ ਇਸ ਦੇ ਉੱਤੇ। ਹਾਂ ਜ਼ਰੂਰ ਸੁਣਾਂਗੇ, ਥੋੜੀ ਦੇਰ ਰੁਕ ਜਾਈਏ। ਤੁਸੀਂ ਉਹਦੇ ਤੇ ਇੱਕ ਲੜਕੀ ਨੋਇਡਾ ਪਾ ਕੇ ਇੱਥੇ ਪੰਜਾਬ 'ਚ ਕਵਰੇਜ ਕਰ ਰਹੀ ਹੈ, ਅੱਜ ਤੁਸੀਂ ਉਹਦੇ ਤੇ ਜਾਤੀਵਾਦ ਨੂੰ ਲੈ ਕੇ ਉਹਦੇ ਤੇ ਪਰਚਾ ਦਰਜ ਕਰ ਦਿੱਤਾ। ਕਿਆ ਲੜਕੀ ਜਾਣ ਸਕਦੀ ਸੀਗੀ? ਕਿਆ ਲੜਕੀ ਨੂੰ ਪਤਾ ਸੀਗਾ ਕਿ ਉਹ ਲੜਕਾ ਜਾਂ ਲੜਕੀ ਹੈ ਜਿਸ ਨੂੰ ਗਲਤ ਵਰਡ ਕਿਸੇ ਤੁਸੀਂ ਬਲੇਮ ਲਗਾਏ ਤਾਂ ਪਤਾ ਲੱਗਿਆ ਕਿ ਉਹ SC ਔਰ ST ਕਾਸਟ ਨੂੰ ਬਿਲੋਂਗ ਕਰਦੀ ਹੈ? ਇੱਥੇ ਸਾਰੇ ਝੂਠੇ ਜਿਹੜੇ ਆਪਣੇ ਕਾਰਨਾਮੇ ਤੁਸੀਂ ਲੋਕਾਂ ਦੇ ਅੱਗੇ ਜਵਾਬ ਲੈ ਲਓ। ਔਰ ਸਭ ਤੋਂ ਵੱਡੀ ਗੱਲ ਇਹਦਾ ਜਵਾਬ ਇਹ ਹੈ ਧਾਲੀਵਾਲ ਸਾਹਿਬ, ਮੈਂ ਕਿਉਂਕਿ ਬੱਲਾ ਜੀ ਦੇ ਤੁਸੀਂ ਕਾਂਗਰਸ ਦੇ 6 ਕਰੋੜ ਉਹ ਤੁਸੀਂ ਹੁਣ ਇਲੈਕਸ਼ਨਾਂ ਵੇਲੇ ਹੀ ਕਿਉਂ ਤੁਸੀਂ ਦੱਸ ਦਿਓ ਫਿਰ ਕਦੋਂ ਚੈੱਕ ਕੈਸ਼ ਹੋਇਆ ਸੀ ਪਿਛਲਾ? ਕਾਫੀ ਦੇਰ ਦੇ ਡੇਰਾ ਬੱਲਾ ਜੀ ਦੇ ਕਾਂਗਰਸ ਪਾਰਟੀ ਤੇ ਉਹਨਾਂ ਨੂੰ ਫੰਡ ਪ੍ਰੋਵਾਈਡ ਕੀਤੇ ਸੀ, ਤੁਸੀਂ ਜਾਣ ਬੁੱਝ ਕੇ ਉਹਨਾਂ ਨੂੰ ਰੋਕ ਦਿੱਤਾ ਗਿਆ ਔਰ ਤੁਸੀਂ ਹੁਣ ਅੱਗੇ ਲਗਾ ਦਿੱਤੇ ਕਿ ਅਸੀਂ ਡੇਰਾ ਬੱਲਾ ਨੂੰ 25 ਕਰੋੜ ਰੁਪਇਆ ਦੇ ਦਿੱਤਾ। ਕਿਉਂ? ਕਿਉਂਕਿ ਤੁਸੀਂ ਚੁਣਾਵ ਜਿੱਤਣਾ ਚਾਹੁੰਦੇ, ਤੁਸੀਂ ਚੁਣਾਵੀਆਂ ਦੇ ਚੁਣਾਵ ਦੇ ਵਿੱਚ ਆਪਣੀ ਵਾਹਵਾਹੀ ਖੱਟਣ ਵਾਸਤੇ। ਟੀਨਾ ਜੀ ਮੈਂ ਨਹੀਂ ਸੁਣੋ ਇਹ ਇਲੈਕਸ਼ਨ ਪ੍ਰਚਾਰ ਕਰ ਰਹੇ ਆ ਟੀਨਾ ਜੀ, ਇਹ ਟੀਨਾ ਜੀ ਇਲੈਕਸ਼ਨ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਚੋਣ ਪ੍ਰਚਾਰ ਦੀਆਂ ਗੱਲਾਂ ਕਰ ਰਹੇ ਆ। ਮੈਂ ਮੁੱਦਾ ਕੀ ਸੀ ਟੀਨਾ ਜੀ, ਤੁਸੀਂ ਮੁੱਦਾ ਕੀ ਸੀ ਜਾ ਰਹੇ ਕਿਸੇ ਹੋਰ ਪਾਸੇ? ਸੁਣੋ ਹੁਣ ਸੁਣੋ, ਫਿਰ ਜਵਾਬ ਸੁਣ ਲਓ, ਜਵਾਬ ਸੁਣ ਲਓ। ਰਾਘਵ ਚੱਡਾ ਜੀ ਨੂੰ ਕਦੀ ਪਤਾ ਨਹੀਂ ਪਿਛਲੇ 2013 ਮੈਂ ਹੁਣ ਤੁਹਾਨੂੰ ਸਪਸ਼ਟ ਕਹਿ ਰਿਹਾ ਕਿ ਹੁਣ ਤੁਸੀਂ ਸਾਰਾ ਟਾਈਮ ਇਹਨਾਂ ਟੀਨਾ ਜੀ ਦੇ 12 ਮਿੰਟ ਹੋ ਚੁੱਕੇ ਆ ਜੀ। ਟੀਨਾ ਜੀ ਨੂੰ 12 ਮਿੰਟ ਮਿਲ ਚੁੱਕੇ ਆ, ਬਿਲਕੁਲ 12 ਮਿੰਟ ਹੋ ਚੁੱਕੇ ਆ ਟੀਨਾ ਜੀ ਦੇ। ਪਤਾ ਚੱਲ ਰਹੀ ਹੈ ਕਿ ਤੁਸੀਂ ਕਿਹੜੀਆਂ ਰਾਜਨੀਤੀਆਂ ਕਰਦੇ ਹੋ, ਕੌਣ ਕੀ ਕਰਦਾ ਹੈ। ਜਵਾਬ ਸੁਣ ਲਓ। ਠੀਕ ਹੈ ਟੀਨਾ ਜੀ, ਆਪਾਂ ਜਵਾਬ ਲੈ। ਠੀਕ ਹੈ ਟੀਨਾ ਜੀ, ਜਵਾਬ ਲੈ ਜੀ, ਜਵਾਬ ਸੁਣ ਲਓ। ਪਹਿਲੀ ਚੀਜ਼ ਤਾਂ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਚੋਣ ਪ੍ਰਚਾਰ ਬੰਦ ਹੋ ਚੁੱਕਿਆ ਹੈ, ਫਿਰ ਚੋਣ ਪ੍ਰਚਾਰ ਤੇ ਲੱਗੇ ਹੋਏ ਆ।
ਪਰ ਅਸੀਂ ਜਿੱਦਾਂ ਪਹਿਲਾਂ ਕਿਹਾ ਕਿ ਅਸੀਂ ਚੋਣ ਜ਼ਾਬਤੇ ਦੀ ਉਲੰਘਣਾ ਕਿਸੇ ਹਾਲਤ 'ਚ ਨਹੀਂ ਕਰਦੇ। ਦੂਸਰੀ ਚੀਜ਼ ਜਿਹੜਾ ਇਹ ਪਰ ਬਾਰ-ਬਾਰ ਪਰਚੇ ਦੀ ਇਹਨਾਂ ਨੇ ਇੱਕੋ ਗੱਲ ਨੂੰ ਬਾਰ-ਬਾਰ ਰਿਪੀਟ ਕਰ ਰਹੇ ਹੋ। ਸੁਣ ਲਓ ਟੀਨਾ ਜੀ, ਹੁਣ ਜਵਾਬ ਸੁਣ ਲਓ। ਜੇ ਹਿੰਮਤ ਹੈ ਤਾਂ ਜਵਾਬ ਸੁਣ ਲਓ, ਨਹੀਂ ਤਾਂ ਸ਼ੋਰ ਮਚਾਓ। ਅਗਰ ਹਿੰਮਤ ਹੈ ਤਾਂ ਜਵਾਬ ਸੁਣ ਲਓ, ਅਗਰ ਹਿੰਮਤ ਹੈ ਤਾਂ ਜਵਾਬ ਸੁਣ ਲਓ, ਅਗਰ ਹਿੰਮਤ ਹੈ ਤਾਂ ਜਵਾਬ ਸੁਣ ਲਓ। ਅਗਰ ਸਿਰਫ ਗੁੰਮਰਾਹ ਕਰਨ ਦਾ ਤੁਹਾਡਾ ਮਕਸਦ ਹੈ ਤਾਂ ਬੋਲਦੇ ਰਹੋ। ਅਸੀਂ ਲੋਕਾਂ ਦੇ ਅੱਗੇ ਰੱਖਾਂਗੇ ਤੇ ਇਹ ਚੋਣ ਪ੍ਰਚਾਰ ਪਰਚਾ ਆਮ ਆਦਮੀ ਪਾਰਟੀ ਫਿਰ ਤਾਂ ਮੈਂ ਤਾਂ ਚਾਹ ਰਿਹਾ ਕਿ ਮੈਂ ਇਸ ਮੰਤਵ ਮਕਸਦ ਨਾਲ ਚਰਚਾ ਰੱਖੀ। ਲੜਕੀ ਭਾਵਨਾ ਦੇ ਉੱਪਰ ਅੱਜ ਤੱਕ ਕਾਂਗਰਸ ਨੇ ਅਸਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਗੰਦੀ ਰਾਜਨੀਤੀ ਕੀਤੀ ਹੈ। ਅੱਜ ਤੱਕ ਚਾਹੇ 84 ਦੇ ਜ਼ਖਮ ਹੋਣ, ਚਾਹੇ 1984 ਦੇ ਜ਼ਖਮ ਹੋਣ, ਚਾਹੇ ਤੁਸੀਂ 1984 ਦੇ ਵਿੱਚ ਬਲੂ ਸਟਾਰ ਕੀਤਾ ਹੋਵੇ, ਚਾਹੇ ਦਿੱਲੀ ਦੇ ਦੰਗੇ ਕੀਤੇ ਹੋਣ, ਇਹ ਕਾਂਗਰਸ ਰਹੀ ਹੈ ਜਿਨੇ ਸਭ ਤੋਂ ਗੰਦੀ ਰਾਜਨੀਤੀ ਕੀਤੀ ਅੱਜ ਤੱਕ। ਕਰਪਸ਼ਨ ਸੀ ਫॉर ਕਾਂਗਰਸ, ਸੀ फॉर ਕਰਪਸ਼ਨ। ਇਹ ਕਾਂਗਰਸ ਰਹੀ ਹੈ ਜਿਹੜੀ ਰਾਜਨੀਤੀ ਨੂੰ ਗੰਦਲਾ ਕਰਦੀ ਰਹੀ ਹੈ। ਔਰ ਉਸ ਤੋਂ ਬਾਅਦ SC ਐਕਟ ਲਿਆਇਆ ਕੌਣ ਸੀ? SC ਐਕਟ ਲਿਆਇਆ कौन सी? और दूसरी चीज, आम आदमी पार्टी ने पर्चा नहीं कराया, केजरीवाल साहब ने पर्चा नहीं कराया। अगर किसी ਨੂੰ गलत शब्द बोलिया उन्हें पर्चा कराया ਤਾਂ ਤੁਸੀਂ ਇੱਕ ਦਲਿਤ ਦੇ ਅਧਿਕਾਰਾਂ ਦਾ ਹਨਨ ਕਰ ਰਹੇ ਹੋ। ਕਾਂਗਰਸ ਵਾਲੇ ਅੱਜ ਬੈਠ ਕੇ ਮੈਂ ਨਾ ਬੜੀ ਕਾਂਗਰਸ ਦੇ ਪ੍ਰਵਕਤਾ ਇੱਥੇ ਚੈਨਲ ਤੇ ਬੈਠ ਕੇ ਵੀ ਇੱਕ ਦਲਿਤ ਦੇ ਅਧਿਕਾਰਾਂ ਦਾ ਹਨਨ ਕਰ ਰਹੇ ਹਨ ਔਰ ਬਣਦੇ ਦਲਿਤ ਹਤੈਸ਼ੀ ਹੈ। ਐਕਟ ਬਣਦੇ ਆ ਬਹੁਤ ਸੋਚ ਸਮਝ ਕੇ, ਕਾਨੂੰਨ ਬਣਦੇ ਆ ਬਹੁਤ ਸੋਚ ਸਮਝ ਕੇ, ਐਕਟ ਬਣਦੇ ਆ ਬਹੁਤ ਸੋਚ ਸਮਝ ਕੇ, ਪਰ ਉਹਨਾਂ ਦੀ ਮਿਸਯੂਜ਼ ਹੁੰਦੀ ਹੈ ਬੜੀ ਬਾਰੀਕੀ ਦੇ ਨਾਲ। ਬੜੇ ਤਰੀਕੇਕਾਰ ਸਿਆਸੀ ਪਾਰਟੀਆਂ ਆਪਣੇ ਤਰੀਕੇ ਨਾਲ ਕਰਦੀਆਂ ਨੇ। ਧਾਲੀਵਾਲ ਸਾਹਿਬ ਇਹਦਾ ਜਵਾਬ ਮੈਂ ਦੇਣਾ ਚਾਹੁੰਦਾ ਸੀ ਲੇਕਿਨ ਇਹ ਜਾਣਬੁੱਝ ਕੇ ਕਰਪਸ਼ਨ ਕਰ ਰਹੇ ਆ। ਮੈਂ ਤਾਂ ਬੋਲੇ ਨਹੀਂ, ਪਰ ਮੈਨੂੰ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਜਾ ਰਿਹਾ। ਅੱਜ ਮੈਂ ਕਹਿ ਰਿਹਾ ਕਿ ਇਸ ਪਰਚੇ ਦਾ ਪਰ ਨਾ ਬੜੀ ਸ਼ਰਮ ਮਹਿਸੂਸ ਆ ਰਹੀ ਹੈ। ਮੈਂ ਸਾਰੇ ਪਾਰਟੀ ਦੇ ਸਪੋਕਸਪਰਸਨ ਨੂੰ ਕਹੂੰਗਾ ਕਿ ਮੈਂ ਚਰਚਾ ਇਸ ਵਿਸ਼ੇ ਤੇ ਉੱਤੇ ਰੱਖੀ ਹੈ ਕਿ ਅਸੀਂ ਅਜਿਹੀ ਕੁੜੱਤਣ ਭਰੀ ਮਿਹਣੋ ਮਿਹਣੀ ਵਾਲੀ, ਸਾਰਿਆਂ ਨੂੰ ਕਹਿ ਰਿਹਾ ਮੈਂ ਵੀ ਅਜਿਹੀ ਸਿਆਸਤ ਤੋਂ, ਰਾਜਨੀਤੀ ਤੋਂ ਬਾਹਰ ਆਈਏ, ਫਿਰ ਅਸੀਂ ਉਸ ਵਾਲੇ ਪਾਸੇ ਪੈ ਗਏ ਹਾਂ। ਮੈਂ ਤੁਹਾਡੇ ਦਰਮਿਆਨ ਇੱਕ ਕੜੀ ਬਣ ਕੇ ਇੱਕ ਬਤੌਰ ਐਂਕਰ ਇੱਕ ਗੱਲ ਕਰ ਰਿਹਾ, ਪਰ ਗੱਲ ਹੀ ਨਹੀਂ ਕੋਈ ਸੁਣਨ ਨੂੰ ਤਿਆਰ ਹੈਗਾ। ਅਸੀਂ ਫਿਰ ਉੱਧਰ ਜਾ ਰਹੇ ਹਾਂ, ਫਿਰ ਫਾਇਦਾ ਕੀ ਹੈ ਸਾਡੀ ਜਨਰੇਸ਼ਨ ਸਿੱਖੂਗੀ ਕੀ? ਸਭ ਤੋਂ ਵੱਡਾ ਸਵਾਲ ਹੈ। ਅਰੋੜਾ ਸਾਹਿਬ ਕੁਝ ਕਹਿਣਾ ਚਾਹੁੰਦੇ ਆ। ਅਰੋੜਾ ਸਾਹਿਬ ਮੈਨੂੰ ਇੱਕ ਗੱਲ ਪੂਰੀ ਕਰ ਲਓ, ਸਾਡੀ ਜਨਰੇਸ਼ਨ ਸਿੱਖੂ ਕੀ ਜਦੋਂ ਅਸੀਂ ਅਜਿਹੀ ਮਿਹਣੋ ਮਿਹਣੀ ਵਾਲੀ, ਅਸੀਂ ਵੱਢ ਖਾਊ ਭਾਸ਼ਾ ਵਾਲੀ ਅਸੀਂ ਇਸ ਤਰੀਕੇ ਦੀ ਸਿਆਸਤ ਕਰਾਂਗੇ ਤੇ ਅੱਗੇ ਦੇ ਬੱਚੇ ਸਾਡੇ ਕੀ ਸਿੱਖਣਗੇ? ਇਸ ਤਰ੍ਹਾਂ ਧਾਲੀਵਾਲ ਜੀ ਕਿ ਪਾਸੀ ਜੀ ਬੜੀਆਂ ਵਧੀਆ ਗੱਲਾਂ ਕਰ ਰਹੇ ਆ, ਇਹ ਦਲਿਤਾਂ ਦੇ ਅਧਿਕਾਰਾਂ ਦੀਆਂ ਗੱਲਾਂ ਕਰ ਰਹੇ ਆ। ਇਹਨਾਂ ਨੂੰ ਪੁੱਛੋ ਕਿ ਕੀ ਉਹ ਮਹਿਲਾ ਦੇ ਅਧਿਕਾਰਾਂ ਦੀਆਂ ਗੱਲਾਂ ਜਿਹੜੀਆਂ ਉਹ ਕਿੱਥੇ ਰਹਿ ਗਈਆਂ? ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਮਹਿਲਾ ਨੂੰ ਸਿਰਫ ਮਹਿਲਾ ਪੁਲਿਸ ਅਫਸਰ ਜਿਹੜਾ ਵਾ ਉਹ ਅਰੈਸਟ ਕਰ ਸਕਦਾ। ਪੁਰਸ਼ ਅਫੀਸਰ ਨੇ, ਪੁਰਸ਼ ਇੰਸਪੈਕਟਰ ਨੇ ਉਹਨੂੰ ਫੜਨ ਦੀ ਹਿੰਮਤ ਕਿੱਦਾਂ ਦਿਖਾਈ ਇੱਕ ਮਹਿਲਾ ਨੂੰ? ਕੀ ਇਹ ਤੁਹਾਡੀ ਸਰਕਾਰ ਨਹੀਂ ਜਾਣਦੀ? ਪੁਲਿਸ ਇੰਸਪੈਕਟਰ ਦੇ ਨਾ ਹੀ ਨੇਮ ਪਲੇਟ ਸੀਗੀ, ਨਾ ਹੀ ਨੇਮ ਪਲੇਟ ਨਹੀਂ ਸੀ, ਕਿ ਐਡ ਕਰ ਦੋ। ਟੀਨਾ ਜੀ ਮੈਨੂੰ ਗੱਲ ਪੂਰੀ ਕਰ ਲੈਂਦੇ ਹੋ। ਸੋ ਗੱਲ ਇਹ ਜਿਹੜੀਆਂ ਮਲਾਈ ਵਾਲੀਆਂ ਗੱਲਾਂ ਪਾਸੀ ਜੀ ਕਰਦੇ ਨਾ ਕਿ ਕੇਜਰੀਵਾਲ ਤੋਂ ਬਿਨਾ ਹੋਰ ਕੋਈ ਸੂਝਵਾਨ ਨਹੀਂ, ਪਾਸੀ ਜੀ ਤੋਂ ਬਿਨਾ ਕੋਈ ਸੂਝਵਾਨ ਨਹੀਂ, ਕੋਈ ਗੱਲ ਨਹੀਂ ਰੱਖ ਸਕਦਾ। ਸੋ ਪਾਸੀ ਜੀ ਇਹ ਗੱਲਾਂ ਭੁੱਲ ਜਾਓ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਪ੍ਰਧਾਨ ਮੰਤਰੀ ਤੇ, ਜੇ ਨਹੀਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਨਾ ਪ੍ਰਧਾਨ ਮੰਤਰੀ ਦੇ ਸੈਂਟਰ ਵਿਸਟਾ ਤੇ ਇੰਨੇ ਪੈਸੇ ਲੱਗੇ। ਪ੍ਰਧਾਨ ਮੰਤਰੀ ਦੇ ਇਤਿਹਾਸ ਕੱਢ ਕੇ ਦੇਖ ਲਓ, ਪ੍ਰਧਾਨ ਮੰਤਰੀ ਨੇ ਕਿਤੇ ਨਹੀਂ ਕਿਹਾ ਮੈਂ 3 ਕਮਰਿਆਂ 'ਚ ਰਵਾਂਗਾ। ਇਹ ਕੇਜਰੀਵਾਲ ਜੀ ਨੇ ਐਫੀਡੇਵਿਟ ਤੇ ਲਿਖ ਕੇ ਦਿੱਤਾ ਕਿ ਮੈਂ 3 ਕਮਰਿਆਂ ਦੇ ਵਿੱਚ ਰਵਾਂਗਾ। ਫਿਰ ਆਪਾਂ ਨਿੱਜ ਵਾਲੇ ਪਾਸੇ ਚਲੇ ਗਏ। ਮੈਂ ਕਹਿ ਰਿਹਾ ਕਿ ਆਪਾਂ ਸੁਧਾਰਵਾਦੀ ਅਪਰੋਚ ਨਾਲ, ਉਹ ਸਾਰੂ ਅਪਰੋਚ ਨਾਲ ਡਿਬੇਟ ਕਰੀਏ। ਅਸੀਂ ਫਿਰ ਨੁਕਤਾਚੀਨੀ ਵਾਲੇ ਪਾਸੇ ਜਾ ਰਹੇ। ਮੈਂ ਕਹਿ ਰਿਹਾ ਕਿ ਆਪਾਂ ਉਹਨਾਂ ਤੋਂ ਬਾਹਰ ਆਈਏ। ਧਾਲੀਵਾਲ ਸਾਹਿਬ ਜੀ, ਟੀਨਾ ਜੀ ਲਗਾਤਾਰ 12 ਮਿੰਟ ਬੋਲ ਚੁੱਕੇ ਹਨ। ਕਿਹਾ ਸੀ ਕਿ ਨਹੀਂ ਕਿ ਅਸੀਂ ਪੰਜਾਬ ਦੇ ਵਿੱਚ ਡਿਪਟੀ ਸੀਐਮ ਇੱਕ ਦਲਿਤ ਚਿਹਰਾ ਬਣਾਵਾਂਗੇ? ਇਹਨਾਂ ਨੂੰ ਪੁੱਛੋ ਇਹ ਦਲਿਤ ਚਿਹਰੇ ਦੀ ਗੱਲ ਕਿਉਂ ਕੀਤੀ ਗਈ? ਇਹਨਾਂ ਨੇ ਕਿਹਾ ਸੀ ਕਿ ਨਹੀਂ ਕਿ ਸਾਡੀ ਸਰਕਾਰ ਬਣੇਗੀ ਤੇ ਅਸੀਂ ਡਿਪਟੀ ਸੀਐਮ ਦਲਿਤ ਚਿਹਰਾ ਬਣਾਵਾਂਗੇ। ਕਿਉਂ ਕਹੀ ਸੀ ਕੇਜਰੀਵਾਲ ਜੀ ਨੇ? ਤੁਸੀਂ ਰਾਜਨੀਤੀ ਇੱਥੇ ਨਹੀਂ ਕੀਤੀ। ਇਹ ਹੁਣ ਚੋਣ ਪ੍ਰਚਾਰ ਨਹੀਂ ਹੋ ਰਿਹਾ, ਇਹ ਤੁਹਾਡੀਆਂ ਹਕੀਕਤਾਂ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਅਸੀਂ।
ਤੁਸੀਂ ਦੱਸੋ ਕਿਉਂ ਕਿਹਾ ਸੀਗਾ? ਮੈਂ ਹੁਣ ਇਹਦਾ ਜਵਾਬ ਲੈ ਲਓ ਟੀਨਾ ਜੀ, ਔਰ ਆਸ ਰੱਖੂੰਗਾ ਵੀ ਹੁਣ ਤੁਸੀਂ ਇੰਟਰਪਟ ਨਹੀਂ ਕਰੋਗੇ ਦੋਨੋਂ ਜਣੇ ਪਲੀਜ਼। ਦੀਵਾਨ ਅਰੋੜਾ ਜੀ ਵੀ ਵਰਿਸ਼ਟ ਹੈ, ਤੁਸੀਂ ਵੀ ਸਾਡੇ ਲਈ ਬਹੁਤ ਰਿਸਪੈਕਟੇਬਲ ਹੈ, ਹੁਣ ਇੰਟਰਪਟ ਨਾ ਕਰਿਓ। ਪਹਿਲੀ ਚੀਜ਼ ਤੁਸੀਂ ਕਿਹਾ ਕਿ ਕੇਜਰੀਵਾਲ ਜੀ ਨੇ ਕਿਹਾ ਸੀ ਅਸੀਂ ਦਲਿਤ ਉਪ ਮੁੱਖ ਮੰਤਰੀ ਬਣਾਵਾਂਗੇ। ਹਾਲੇ ਸਾਡੀ ਸਰਕਾਰ ਦੇ 4 ਸਾਲ ਪਏ ਹੈ ਟੀਨਾ ਜੀ। ਤੁਸੀਂ ਤਾਂ ਕਿਹਾ ਸੀ ਕਾਂਗਰਸ ਨੇ ਕਿ ਗਰੀਬੀ ਹਟਾਵਾਂਗੇ, ਕਦੋਂ ਕਿਹਾ ਸੀ? ਇੰਦਰਾ ਗਾਂਧੀ ਜੀ ਦੇ ਸਮੇਂ ਹਟ ਗਈ ਸੀ ਤੁਹਾਡੇ ਤੋਂ। ਅਸੀਂ ਤਾਂ ਮਾੜੇ ਹਾਂ। ਦੂਸਰੀ ਮੈਡਮ ਸੁਣੋ, ਹੁਣ ਇੰਟਰਪਟ ਨਾ ਕਰੋ ਮੈਡਮ, ਹੁਣ ਇੰਟਰਪਟ ਨਾ ਕਰੋ। ਤੁਸੀਂ ਲਗਾਤਾਰ 12 ਮਿੰਟ 20 ਧਾਲੀਵਾਲ ਸਾਹਿਬ ਇਹਨਾਂ ਨੂੰ ਜਾਂ ਤਾਂ ਮਿਊਟ ਕਰੋ, ਕਿਉਂਕਿ ਇਹਨਾਂ ਨੂੰ ਆਦਤ ਹੈ 12 ਮਿੰਟ 20 ਸਕਿੰਟ ਤੁਸੀਂ ਪਹਿਲਾਂ ਬੋਲ ਗਏ। ਹੁਣ ਤੁਸੀਂ ਜਵਾਬ ਨਹੀਂ ਸੁਣਨਾ ਚਾਹੁੰਦੇ, ਹੁਣ ਤੁਸੀਂ ਜਵਾਬ ਸੁਣੋ, ਤੁਸੀਂ ਹੁਣ ਜਵਾਬ ਸੁਣੋ। ਹੁਣ ਤੁਹਾਨੂੰ ਜਵਾਬ ਦੇ ਨਾਂ ਤੇ ਪ੍ਰੋਬਲਮ ਹੋ ਜਾਂਦੀ ਹੈ। ਹੁਣ ਸੁਣੋ, ਫਿਰ ਹੁਣ ਚੁੱਪ ਰਹੋਗੇ ਕਿ ਸਿਰਫ ਤਾਨੇ ਮੇਨੇ ਮਾਰੋਗੇ? ਸੁਣੋ, ਹੁਣ ਝੂਠੇ ਤਾਨੇ ਮਾਰੋਗੇ? ਸੁਣੋ ਹੁਣ ਜਵਾਬ ਸੁਣੋ। ਨਹੀਂ ਕਰਨਾ। ਆ ਕੀ ਬਾਤ, ਅਸੀਂ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਟੀਨਾ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਸੁਣੋ ਟੀਨਾ ਜੀ, ਉਹ ਸੁਣਤਾ ਲਓ। ਮੇਰਾ ਜੀ ਨਹੀਂ ਕਰ ਰਿਹਾ ਕਿ ਇਸ ਤੋਂ ਵੱਧ ਅਸੀਂ ਚਰਚਾ ਨੂੰ ਅੱਗੇ ਵਧਾਈਏ। ਮੈਂ ਇੱਥੇ ਹੀ ਇਹਨਾਂ ਸ਼ਬਦਾਂ ਨਾਲ ਵਿਰਾਮ ਲਾਉਂਗਾ। ਕਾਂਗਰਸ ਵਰਗੀ ਕਰਪਟ ਨਾਲ ਅਸੀਂ ਕੰਪੈਰੀਜ਼ਨ ਨਹੀਂ ਕਰਨਾ। ਹਰ ਪਾਰਟੀ ਨੇ ਵਾਅਦੇ ਕੀਤੇ, ਹਰ ਪਾਰਟੀ ਵਾਅਦਿਆਂ ਤੋਂ ਮੁੱਕਰੀ ਵੀ ਹੈ। ਮੈਂ ਹਰ ਪਾਰਟੀ ਦੇ ਕੀਤੇ ਹੋਏ ਵਾਅਦਿਆਂ ਨੂੰ ਇਸ ਚਰਚਾ ਦੇ ਵਿੱਚ, ਇਸ ਮੰਚ ਤੋਂ ਟੀਨਾ ਜੀ ਸ਼ਾਇਦ ਟੀਨਾ ਜੀ ਐਂਕਰ ਕੁਝ ਕਹਿ ਰਹੇ ਜੀ। ਟੀਨਾ ਜੀ ਐਂਕਰ ਦੀ ਗੱਲ ਸੁਣ ਲਓ ਪਲੀਜ਼, ਕਾਈਂਡਲੀ ਬੇਨਤੀ ਆ। ਧਾਲੀਵਾਲ ਜੀ 10 ਸੈਕਿੰਡ ਲਾਣੇ, 10 ਸੈਕਿੰਡ। ਧਾਲੀਵਾਲ ਸਾਹਿਬ ਸਿਰਫ ਇੰਟਰਪਸ਼ਨ ਕਰਨਾ ਦੇ ਰਹੇ। ਮੈਂ ਨਹੀਂ ਕਰਨਾ। ਹੁਣ ਤਾਂ ਮੈਂ ਗੱਲ ਕਰ ਰਿਹਾ ਜੀ, ਮੈਨੂੰ ਤਾਂ ਗੱਲ ਕਰ ਲੈਣ ਦਿਓ। ਧਾਲੀਵਾਲ ਜੀ ਸਿਰਫ 10 ਸੈਕਿੰਡ ਲਾਣੇ। ਲੋ ਜੀ ਪਰ ਪਲੀਜ਼ ਪਾਰਟਿਕੂਲਰ ਕਿਸੇ ਦੇ ਉੱਤੇ ਨਾ ਕਰਿਓ। ਫਿਰ ਮੇਰੇ ਕੋਲੇ ਬਹੁਤ ਸਾਰੇ ਤਰਕ ਹੈ। ਫਿਰ ਮੈਂ ਪੀਐਮ ਫੇਸਿਸ ਨੂੰ ਲੈ ਕੇ ਵੀ, ਪੀਐਮ ਰਹੇ ਜਿਹੜੇ ਉਹਨਾਂ ਨੂੰ ਲੈ ਕੇ ਵੀ, ਸਾਰੀਆਂ ਨੈਸ਼ਨਲ ਪਾਰਟੀਆਂ ਨੂੰ ਲੈ ਕੇ, ਫਿਰ ਜਦੋਂ ਮੈਂ ਬੋਲਣ ਲੱਗ ਗਿਆ ਫਿਰ ਜਵਾਬ ਨਹੀਂ ਹੋਣਗੇ। ਪਰਸਨਲੀ ਨਾ ਜਾਇਓ। ਮੈਂ ਬੇਨਤੀ ਕਰ ਰਿਹਾ, ਅਸੀਂ ਇਸ ਮੁੱਦੇ ਦੇ ਉੱਤੇ ਚਰਚਾ ਕਰ ਰਹੇ ਹਾਂ ਕਿ ਅਸੀਂ ਅਜਿਹੀ ਸਿਆਸਤ ਤੋਂ ਤੌਬਾ ਕਰੀਏ। ਮੈਂ ਇਸ ਵਿਸ਼ੇ ਦੇ ਉੱਤੇ ਤਾਂ ਕਰਕੇ ਚਰਚਾ ਰੱਖੀ। ਦੇਖੋ ਮੈਂ ਕਰਨੈਲ ਸਿੰਘ ਪੀਰ ਮੁਹੰਮਦ ਜੀ ਦਾ ਬੜਾ ਸਤਿਕਾਰ ਕਰਦਾ। ਇਹਨਾਂ ਨੇ ਕਿਹਾ ਜੀ ਮੀਰੀ ਪੀਰੀ ਦਾ ਸਿਧਾਂਤ, ਔਰ ਇਹਨਾਂ ਨੇ ਐਕਸੈਪਟ ਵੀ ਕੀਤਾ ਕਿ ਅਕਾਲੀ ਦਲ ਕੋਲੋਂ ਬੜੀਆਂ ਗਲਤੀਆਂ ਹੋਈਆਂ। ਦੇਖੋ ਇਹਨਾਂ ਦੇ ਪਿੱਛੇ ਜਿਹੜਾ ਨਾ ਪ੍ਰਵਕਤਾ ਆਏ ਸੀ, ਬੀਬੀ ਸੋਹਲ ਪ੍ਰਵਕਤਾ ਸੀ, ਉਹ ਕਹਿੰਦੇ ਜੀ ਬੀਜੇਪੀ ਵਾਲੇ ਤਾਂ ਇਹਨੂੰ ਹਿੰਦੁਸਤਾਨ ਕਹਿੰਦੇ, ਜਦ ਕਿ ਅਸੀਂ ਭਾਰਤ ਤੇ ਇੰਡੀਆ ਦੇ ਵਿੱਚ ਰਹਿੰਦੇ। ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਇਹ ਵੀ ਭੁੱਲ ਗਿਆ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਮਹੱਲਾ ਨੰਬਰ 1 ਚ ਕੀ ਲਿਖਿਆ? ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਐਤੀ ਮਾਰ ਪਈ ਕੁਰਲਾਨੇ ਤੈਕੀ ਦਰਦ ਨਾ ਆਇਆ। ਇਹ ਕਿਹਨੇ ਕਿਹਾ ਸੀ? ਗੁਰੂ ਨਾਨਕ ਦੇਵ ਜੀ ਨੇ। ਔਰ ਅਕਾਲੀ ਦਲ ਵਾਲੇ ਵਾਕਈ ਗਲਤੀਆਂ ਕਰ ਰਹੇ ਹੈ ਔਰ ਭੁੱਲ ਗਏ ਕਿ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ, ਇਹ ਜਵਾਬ ਦੇਣਾ ਚਾਹੁੰਦਾ। ਪੀਰ ਮੁਹੰਮਦ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਇਸ ਤੋਂ ਬਾਅਦ ਚਰਚਾ ਨੂੰ ਵਿਰਾਮ ਲਾਉਂਗਾ। ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਬਹੁਤ ਪਵਿੱਤਰ ਗੁਰਬਾਣੀ ਲਿਖੀ ਹੈ, ਉਹਦੇ ਤੇ ਵੀ ਅਮਲ ਕਰਨ ਦੀ ਲੋੜ ਹੈ ਆਪਾਂ ਨੂੰ ਸਾਰਿਆਂ ਨੂੰ। ਅਮਿਤ ਅਰੋੜਾ ਜੀ, ਉਹ ਗੁਰੂ ਸਾਹਿਬ ਨੇ ਤਾਂ ਬਹੁਤ ਇਸ ਦੇ ਵਿੱਚ ਖੁੱਲ੍ਹ ਕੇ ਵਰਣਨ ਕੀਤਾ ਕਿ ਮਨੁੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਮਨੁੱਖ ਦੇ ਅੰਦਰ ਜ਼ਹਿਰ ਜਿਹੜਾ ਫਿਰਕੂ ਜ਼ਹਿਰ ਉਹ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਦਾ ਮੂਲ ਸਿਧਾਂਤ ਸਰਬੱਤ ਦਾ ਭਲਾ ਹੈ। ਅਕਾਲੀ ਦਲ ਦਾ ਮੂਲ ਸਿਧਾਂਤ ਸਰਬੱਤ ਦਾ ਭਲਾ ਹੈ। ਦੇਖੋ ਹਾਂ, ਮੈਂ ਉਹੀ ਗੱਲ ਕਹਿ ਰਿਹਾ ਕਿ ਅੱਜ ਜੇ ਹਿੰਦੁਸਤਾਨ ਦੇ ਅੰਦਰ, ਮੈਂ ਹਿੰਦੁਸਤਾਨ ਕਹਿ ਦੇਣਾ, ਅੱਜ ਹਿੰਦੁਸਤਾਨ ਦੇ ਅੰਦਰ ਜੇ ਧਰਮ ਦੀ ਰਾਜਨੀਤੀ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇੱਥੇ ਜਿਸ ਤਰੀਕੇ ਦਾ ਫਿਰਕੂਵਾਦ ਦਾ ਏਜੰਡਾ ਲੈ ਕੇ ਤੁਸੀਂ ਚੱਲ ਰਹੇ ਹੋ, ਉਹ ਤੁਹਾਨੂੰ ਚੱਲਣ ਦੀ ਲੋੜ ਨਾ ਪਵੇ। ਅੱਜ ਕੀ ਹੋ ਰਿਹਾ, ਤੁਸੀਂ ਦੇਖੋ ਕਿ ਸਿੱਖ ਕੌਮ, ਤੁਸੀਂ ਆਪ ਕਹਿੰਦੇ ਹੋ ਸਾਡੇ ਪ੍ਰੋਟੈਕਟ ਹੀ ਰਹੇ ਨੇ, ਸਾਡੇ ਵਾਸਤੇ ਆਹ ਕੀਤਾ, ਪਰ ਉਹਨਾਂ ਦੀ ਹੋਂਦ ਨੂੰ ਮੰਨਣ ਨੂੰ ਤੁਸੀਂ ਤਿਆਰ ਨਹੀਂ ਹੈਗੇ। ਮੈਂ ਆਹ ਗੱਲ ਕਹਾਂਗਾ ਕਿ ਸਿੱਖ ਕੌਮ ਦੀ ਜਦੋਂ ਤੱਕ ਤੁਸੀਂ ਹੋਂਦ ਨੂੰ ਪ੍ਰਵਾਨ ਨਹੀਂ ਕਰੋਗੇ, ਉਨੀ ਦੇਰ ਤੱਕ ਇਹ ਜਿਹੜੀਆਂ ਗੱਲਾਂ ਇਸ ਤਰ੍ਹਾਂ ਦੀ ਰਾਜਨੀਤੀ ਚੱਲਦੀ ਰਹੇਗੀ। ਜਦੋਂ ਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਬੀਜੇਪੀ ਮੈਨੂੰ ਲਾਸਟ ਕਰਨਾ ਚਾਹੂੰਗਾ। ਇੱਕੋ ਪਰਿਵਾਰ ਨੂੰ ਕੇਂਦਰ ਦੇ ਵਿੱਚ ਮੰਤਰੀ ਪਦ ਦਿੱਤੇ, ਇੱਕੋ ਪਰਿਵਾਰ ਨੂੰ ਕੇਂਦਰ ਦੇ ਵਿੱਚ ਮੰਤਰੀ ਪਦ ਦਿੱਤੇ, ਇੱਕੋ ਪਰਿਵਾਰ ਨੂੰ ਸੀਐਮ ਦਿੱਤਾ, ਇੱਕੋ ਪਰਿਵਾਰ ਨੂੰ ਡਿਪਟੀ ਸੀਐਮ ਦਿੱਤਾ। ਤੁਸੀਂ ਕਹਿੰਦੇ ਲੋਕਾਂ ਨੇ ਦਿੱਤਾ ਜੀ। ਚਲੋ ਠੀਕ ਹੈ, ਪਾਸ ਸਾਹਿਬ ਕੁਝ ਕਹਿ ਰਹੇ। ਹਾਂਜੀ ਪਾਸ ਸਾਹਿਬ ਆਪਣੀ ਗੱਲ ਰੱਖੋ ਤੇ ਉਸ ਤੋਂ ਬਾਅਦ ਬਿਲਕੁਲ ਮੈਂ ਲਾਸਟ 'ਚ ਇਹੀ ਦੇਖੋ ਕਹਿਣਾ ਚਾਹੂੰਗਾ ਕਿ ਜਿੱਦਾਂ ਜਸਟਿਸ ਜੋਸਫ ਜੀ ਔਰ ਨਾਗਰਤਨਾ ਜੀ ਨੇ ਕਿਹਾ ਸੀ ਕਿ ਮਿਕਸਿੰਗ ਪੋਲਿਟਿਕਸ ਵਿਦ ਰਿਲੀਜਨ ਇਜ਼ ਡੇਂਜਰਸ ਫॉर ਡੈਮੋਕ੍ਰੇਸੀ।
ਪੀਰ ਮੁਹੰਮਦ ਜੀ ਕਹਿ ਗਏ ਕਿ ਇਹਨਾਂ ਨੇ ਕਿਉਂਕਿ ਇਹ ਧਰਮ ਨੂੰ ਪਿੱਛੇ ਕਰਤਾ ਸੀ, ਰਾਜਨੀਤੀ ਅੱਗੇ ਕਰਦੀ ਸੀ। ਮੈਂ ਉਸ 'ਚ ਨਹੀਂ ਜਾਣਾ ਚਾਹੂੰਗਾ। ਮੈਂ ਤਾਂ ਸਿਰਫ ਇੰਨਾ ਕੁ ਕਹਿਣਾ ਚਾਹੂੰਗਾ ਕਿ ਹਰ ਧਰਮ ਪਿਆਰਾ ਹੈ, ਚਾਹੇ ਉਹ ਹਿੰਦੂ ਧਰਮ ਹੈ, ਸਿੱਖ ਧਰਮ ਹੈ, ਮੁਸਲਿਮ ਧਰਮ ਹੈ, ਈਸਾਈ ਧਰਮ ਹੈ। ਹਰ ਬੰਦਾ ਆਪਣੇ ਧਰਮ ਨੂੰ ਪਿਆਰ ਕਰਦਾ ਹੈ। ਪਰ ਜਦੋਂ ਅਸੀਂ ਰਾਜਨੀਤੀ ਜਾਂ ਦੇਸ਼ ਦੀ ਗੱਲ ਕਰਦੇ ਹਾਂ ਤਾਂ ਅਸੀਂ ਦੇਸ਼ਵਾਸੀ ਹਾਂ। ਦਰਅਸਲ ਪਾਸ ਸਾਹਿਬ ਗੱਲ ਇਹ ਹੈ ਕਿ ਅਸੀਂ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਅਸੀਂ ਦੇਸ਼ ਨੂੰ ਮੰਨਦੇ ਹਾਂ, ਪਰ ਅਸੀਂ ਦੇਸ਼ ਦੀ ਨਹੀਂ ਮੰਨਦੇ। ਅਸੀਂ ਕਹਿੰਦੇ ਅਸੀਂ ਧਰਮ ਨੂੰ ਮੰਨਦੇ ਹਾਂ, ਪਰ ਅਫਸੋਸ ਅਸੀਂ ਧਰਮ ਦੀ ਵੀ ਨਹੀਂ ਮੰਨਦੇ। ਅਸੀਂ ਕਹਿੰਦੇ ਆ ਕਿ ਅਸੀਂ ਕਾਨੂੰਨ ਦੇ ਰਖਵਾਲੇ ਆ, ਪੈਰੋਕਾਰ ਆ, ਪਰ ਅਸੀਂ ਕਾਨੂੰਨ ਦੀ ਵੀ ਨਹੀਂ ਮੰਨਦੇ। ਸਾਡੀ ਤਰਾਸਦੀ ਹੈ। ਇਹਨਾਂ ਸ਼ਬਦਾਂ ਦੇ ਨਾਲ ਚਰਚਾ ਨੂੰ ਇੱਥੇ ਵਿਰਾਮ ਦਊਂਗਾ। ਤੁਸੀਂ ਆਏ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।